किते असां लई धुप दा मसला असां लई छां दा मसला असां लई धुप दा मसला असां लई छां दा मसला असां लई छां दा मसला असां लई मां दा मसला साधु सिंह कौन आ? सुनिया नहीं? दसो कौन आ साधु सिंह थोड़े च? मैं साधु सिंह। 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 अच्छी साधु सिंह। ਜਦੋਂ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਖੁੱਸਦੀ ਹੈ ਨਾ ਬਈ, ਇਹੋ ਜਿਹੇ ਸੁਪਨੇ ਹੁੰਦੇ ਆ। ਬਹੁਤ ਸਾਰੇ ਲੋਕ ਹੱਸਦੇ ਆ, ਕਹਿੰਦੇ ਆ ਇਕੱਲਾ ਬੈਠਾ ਕੀ ਕਰ ਲੂਗਾ ਇਹ। ਆਉਂਦੇ ਆ ਚਲੇ ਜਾਂਦੇ ਆ, ਬਹੁਤ ਸਾਰੇ ਮੇਰੀਆਂ ਗੱਲਾਂ ਸੁਣ ਕੇ ਚਲੇ ਜਾਂਦੇ ਆ, ਕਿਸੇ ਤੇ ਕੋਈ ਅਸਰ ਨਹੀਂ ਹੁੰਦਾ। ਪਰ ਬਾਈ ਜੇ ਤੁਸੀਂ ਸਾਰੇ ਜਣੇ ਇੱਥੇ ਆ ਕੇ ਬੈਠੇ ਹੋ ਤਾਂ ਮੈਂ ਅੱਜ ਆਪਣੀ ਗੱਲ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦੱਸੂਗਾ। ਆ ਜਿਹੜੀ ਥਾਂ ਜਿੱਤੇ ਮੈਂ ਸੁੱਤਾ ਹੋਇਆ, ਇਹ ਮੇਰੇ ਪਿੰਡ ਦੀ ਸ਼ਮਸ਼ਾਨ ਘਾਟ ਹੈ। ਦੁਨੀਆ ਦਾ ਸਾਰਾ ਸੁੱਖ ਚੈਨ ਆਰਾਮ ਇਸ ਸ਼ਮਸ਼ਾਨ ਘਾਟ ਜਾ ਕੇ ਦਮ ਤੋੜ ਜਾਂਦਾ ਬਾਈ। ਹੁਣ ਤੁਸੀਂ ਸੋਚਦੇ ਹੋਵੋਗੇ ਮੈਂ ਚੰਗਾ ਭਲਾ ਜਿਉਂਦਾ ਜਾਗਦਾ ਬੰਦਾ ਆ ਸ਼ਮਸ਼ਾਨ ਘਾਟ ਜਾ ਕੇ ਕਿਉਂ ਬਹਿ ਗਿਆ, ਕੀ ਲੋੜ ਪੈ ਗਈ ਮੈਨੂੰ ਇੱਥੇ ਬੈਠਣ ਦੀ? ਕੱਲੀ ਕੱਲੀ ਗੱਲ ਦੱਸੂਗਾ ਬਾਈ। ਪਰ ਮੈਂ ਸ਼ਮਸ਼ਾਨ ਘਾਟ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦਿਆਂ। ਆ ਜਿਹੜਾ ਪਿੱਛੇ ਬਾਈ ਸੇਵਾ ਬਣਿਆ ਹੋਇਆ ਹੈ, ਇਹ ਸਾਡੇ ਪਿੰਡ ਦੇ ਇੱਕ ਪੁਰਾਣੇ ਉਸ ਬੰਦੇ ਦਾ ਜਿਹਦੀ ਸਰਕਾਰੀ ਦਰਬਾਰੇ ਪਿੱਠ ਲੱਗਦੀ ਸੀ। ਇਹਦਾ ਮੁੰਡਾ ਅੱਜ ਕੱਲ੍ਹ ਪਾਰਟੀ ਦਾ ਚੇਅਰਮੈਨ ਹੈ। ਸੱਚੀ ਗੱਲ ਦੱਸਾਂ, ਜਿਹੜੀ ਸਾਡੇ ਪਿੰਡ ਜ਼ਮੀਨ ਅਕਵਾਇਰ ਹੋਈ ਹੈ ਨਾ, ਇਸੇ ਚੇਅਰਮੈਨ ਨੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਧੱਕੇ ਤੋਂ ਉਹਨਾਂ ਦੇ ਜ਼ਮੀਨ ਦੇ ਗੁੱਠੇ ਲਵਾਏ ਸੀ। ਆ ਜਿਹੜਾ ਦੂਜੇ ਪਾਸੇ ਸੇਵਾ ਬਾਈ, ਇਹ ਹੈਗਾ ਸਾਧੂ ਸਿੰਘ ਦਾ। ਜਿੱਤੇ ਜ਼ਮੀਨ ਅਕਵਾਇਰ ਹੋਈ ਸੀ, ਕੱਲਾ ਸਾਧੂ ਸਿੰਘ ਆਪਣੀ ਜ਼ਮੀਨ ਦੀ ਵੱਟ ਤੇ ਅੜਿਆ ਰਿਹਾ। ਉਹ ਕਹਿੰਦਾ ਮੇਰੇ ਸਾਲਿਓ, ਮੇਰੀ ਜ਼ਮੀਨ ਕੰਨੀ ਅੱਖ ਚੱਕ ਕੇ ਨਾ ਦੇਖ ਲਿਓ, ਲਾਸ਼ਾਂ ਦੇ ਢੇਰ ਲਾਹੂ ਢੇਰ। ਕੱਲੇ ਬੰਦੇ ਦਾ ਕੀ ਵਸ ਚੱਲਦਾ ਬਾਈ। ਪੁਲਿਸ ਦੀ ਬੰਦੂਕ ਚੋਂ ਖਾ ਗੋਲੀ ਨਿਕਲੀ ਤੇ ਸਾਧੂ ਸਿੰਘ ਸ਼ਹੀਦ ਸਾਧੂ ਸਿੰਘ ਹੋ ਗਿਆ। ਹੋਰ ਕਿਹਦੀ ਕਿਹਦੀ ਗੱਲ ਦੱਸਾਂ ਮੈਂ। ਆ ਸੁਰਜਨ ਨੇ ਬਾਈ ਕੱਲ ਖੁਦਕੁਸ਼ੀ ਕਰ ਲਈ, ਨਰਮਾ ਡੁੱਬ ਗਿਆ ਵਿਚਾਰੇ ਦਾ। ਭੋਲਾ ਕੈਂਸਰ ਨਾਲ ਮਰ ਗਿਆ। ਹੋਰ ਪਤਾ ਨਹੀਂ ਸਾਡੇ ਪਿੰਡ ਦੇ ਕਿੰਨੇ ਬੰਦੇ ਬਾਈ, ਕੋਈ ਐਕਸੀਡੈਂਟ 'ਚ ਮਰ ਗਿਆ, ਕੋਈ ਆਣਾ ਹੀ ਮੌਤ ਮਰ ਗਿਆ, ਕਿਸੇ ਦੀ ਕੋਈ ਦੁਸ਼ਮਣੀ ਸੀ ਉਹਨੇ ਮਾਰਤਾ ਬਾਈ। ਆਹੀ ਹੋਣੀ ਆ ਆਪਣੇ ਲੋਕਾਂ ਦੀ, ਐਂ ਮਰਦੇ ਆਪਾਂ ਲੋਕ। ਪਰ ਮੈਂ ਇਹਨਾਂ ਬੁਜ਼ਦਿਲ ਤੇ ਨਕਾਰਾ ਨਹੀਂ ਜੋ ਹੋਣੀ ਨੂੰ ਕਿਸਮਤ ਸਮਝ ਕੇ ਘਰੇ ਵੜ ਕੇ ਬਹਿ ਜਾ। ਹੁਣ ਤੁਸੀਂ ਦੇਖੀ ਚੱਲਿਓ ਕਿਵੇਂ ਉਹਨਾਂ ਚੋਂ ਬੰਦਾ ਕੱਲਾ ਕੱਲਾ ਬੰਦਾ ਆ ਕੇ ਇੱਥੇ ਮੇਰੇ ਤਰਲੇ ਕੱਢਦਾ। ਫਿਰ ਮੈਂ ਉਹਨੂੰ ਦਿਖਾਊਂਗਾ ਦੱਸੂ ਦਾ ਨਹੀਂ, ਫਿਰ ਉਹਨਾਂ ਨੂੰ ਪਤਾ ਲੱਗੂਗਾ ਓਏ ਉਹ ਕਿਹੜਾ ਜਿੱਦਾਂ ਨਹੀਂ ਤੈਨੂੰ ਪਤਾ ਨਹੀਂ ਹਿਸਾਬ ਤੁਰਿਆ ਆਉਂਦਾ। ਮੈਂ ਪਾਸੇ ਹਟ ਜਾ। ਹਾਂ ਪਾਸੇ ਹੋ ਕੇ ਲੰਘ ਸਕਦੇ ਆ। ਓਏ ਜਦੋਂ ਕੋਈ ਸਰਕਾਰੀ ਕਰਮਚਾਰੀ ਲੰਘ ਰਿਹਾ ਹੋਵੇ ਨਾ ਤਾਂ ਉਹਦੇ ਵਾਸਤੇ ਨਾ ਛੱਡ ਦੇਣਾ ਚਾਹੀਦਾ। ਕਿਉਂ? ਸਰਕਾਰੀ ਕਰਮਚਾਰੀ ਦੇ ਸਿੰਘ ਹੁੰਦੇ ਆ ਜਾਂ ਚਾਰ ਲੱਤਾਂ ਹੁੰਦੀਆਂ ਹੁੰਦੀਆਂ ਨੇ? ਕਰਾਉਣੀਆਂ ਹੋਣੀਆਂ ਤਾਂ। ਤੂੰ ਕੌਣ ਹੁੰਦਾ ਮੇਰੇ ਲੱਤਾਂ ਤੋਂ ਨਾਲ? ਸ਼ਮਸ਼ਾਨ ਘਾਟ ਕੀ ਹੋ ਸਕਦਾ ਭਲਾ? ਸ਼ਮਸ਼ਾਨ ਘਾਟ ਕੀ ਹੋਊਗਾ? ਭਰਾ ਕੀ ਹੋਊਗੀ? ਤਾਂ ਲੋਕਾਂ ਦੇ ਕਹਿਣ ਮੁਜਬ ਭੂਤ ਪ੍ਰੇਤ ਵੀ ਹੋ ਸਕਦੇ ਆ। ਬਸ ਫਿਰ देखो जी, माता की सरकारी कर्मचारी आ, किसे क्या गुरुजी कार पड़ी था, जायजा ना लिखा है। शमशान घाट लगी दादा जी, थोड़े आस्ते कोई कानून नहीं, तुसी जिवें मर्जी रहो, ते जे कोई मुश्किल आई, किसे होई ना हाजिर है। ਚੱਲ ਤੇਰਾ ਨੰਬਰ ਦੇਖ ਤੇ ਲੋੜ ਹੀ ਪੈ ਜਾਂਦੀ ਹੈ। मोबाइल भी रखते हो? ਸਾਨੂੰ ਮੋਬਾਈਲ ਰੱਖਣ ਤੇ ਪਾਬੰਦੀ ਹੈ ਕੋਈ? दादा जी कोई पाबंदी नहीं। मैं तो जी लंबी छुट्टी ते चलिया, बड़े साहब दा लिख लो। नंबर बोल। 81 465 65 098। ਤੁਸੀਂ ਮਤਲਬ ਇੱਥੇ ਕਿਵੇਂ ਵਾਇਆ ਟੁੱਟਿਆ?
ਧਰਨੇ ਤੇ ਬੈਠਾ। ਧਰਨਾ ਵੀ ਲਾਉਣੇ ਨੇ ਤੁਸੀਂ? ਸਾਨੂੰ ਧਰਨਾ ਲਾਉਣ ਤੇ ਪਾਬੰਦੀ ਹੈ ਕੋਈ? ਨਾ ਜੀ, ਕੋਈ ਪਾਬੰਦੀ ਨਹੀਂ। ਹੈਲੋ, ਹਾਂਜੀ, ਤੁਹਾਡੇ ਕੋਲ ਸਿਰਫ 3 ਦਿਨ ਦਾ ਸਮਾਂ ਬਚਿਆ। ਅੱਜ ਜੇ ਮੈਨੂੰ ਮੇਰੀ ਜ਼ਮੀਨ ਨਾ ਮਿਲੀ, ਇਸੇ ਸ਼ਮਸ਼ਾਨ ਘਾਟ ਚੱਕ ਲਾ ਕੇ ਸੜਕੇ ਮਰ ਜੂ। ਉਹ ਬਸ ਹੁਣ ਤੱਕ ਤਾਂ ਤੁਸੀਂ ਮੇਰੀਆਂ ਆ ਬਥੇਰੀਆਂ ਲਿਲਦੀਆਂ ਕਢਾਈਆਂ। ਮੈਂ ਕਿਹਾ ਜੀ ਕੁਛ ਮਰਜ਼ੀ ਕਰ ਲਓ। ਹਾਂ, ਆ ਗੱਲ ਕਰੋ। ਹਾਂਜੀ ਸਾਹਿਬ ਜੀ। ਅੱਛਾ ਜੀ, ਠੀਕ ਹੈ ਜੀ, मैं समझ गया। ओके जी ओके। ना टाइम ना बड़ा बेवकूफ बना ओए, चक्का दा तंगर दिया ते दफा हो जा तू। ਹੁਣ ਤਾਂ ਕਿਸੇ ਗੱਲ ਨਾਲ ਨਹੀਂ ਜਾऊं। तू बंदा बन के जाएगा क्या? ਤੈਨੂੰ ਕੀ ਲੱਗਦਾ ਮੈਂ ਬੰਦਾ? ਹੁਣ ਤਾਂ ਤੁਸੀਂ ਸਮਝ ਗਏ ਹੋਵੋਗੇ ਮੇਰੀ ਜ਼ਮੀਨ ਅਕਵਾਇਰ ਹੋਈ ਹੈ ਤੇ ਮੈਨੂੰ ਇਹ ਗੱਲ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ। ਮੇਰੇ ਪਿਓ ਦਾਦੇ ਦੀ ਜ਼ਮੀਨ ਤੇ ਕਿਸੇ ਹੋਰ ਦਾ ਹੱਕ ਹੋਵੇ। ਉਹ ਮੈਂ ਤਾਂ ਉਦੋਂ ਵੀ ਗੁੱਠਾ ਨਹੀਂ ਸੀ ਲਾਇਆ ਜਦੋਂ ਆ ਪਾਰਟੀ ਦਾ ਚੇਅਰਮੈਨ ਆਪ ਚੱਲ ਕੇ ਮੇਰੇ ਘਰੇ ਆਇਆ ਸੀ। ਹਾਂਜੀ ਐਮਐਲਏ ਸਾਹਿਬ, ਚੈੱਕ ਫੜਾਤੇ ਆ ਜੀ ਸਾਰਿਆਂ ਨੂੰ। ਉਹ ਤਾਂ ਜੀ ਇੱਕ ਬੂਚੜ ਦਾ ਜੱਟੜਿਆ ਬੈਠਾ, 4 ਹੋਰ ਨੇ ਉਹਦੇ ਨਾਲ। ਤੁਸੀਂ ਗੋਠਿਆਂ ਦੀ ਗੱਲ ਕਰਦੇ ਹੋ, ਮੈਂ ਤਾਂ ਹੱਥ ਵੱਢ ਕੇ ਤੁਹਾਡੇ ਹੱਥਾਂ 'ਚ ਫੜਾਦਾ। ਉਹਦਾ ਚੱਲ ਠੀਕ ਹੈ, ਮੈਂ ਕਰਦਾ ਜੀ ਕੋਸ਼ਿਸ਼। ਉੱਥੇ ਹੀ ਜਾਏ, ਉੱਥੇ ਹੀ ਜਾਏ ਜੀ। ਚੁੱਪ ਕਰਕੇ ਬੈਠ। ਠੀਕ ਹੈ ਜੀ, ਠੀਕ ਹੈ। ਹੋਰ ਠੀਕ ਆ ਭਾਈ ਗੁੱਡੀ? ਵੇ ਗੇਲਿਆ, ਵੇ ਬਾੜੀ 'ਚ ਮਾਰਾ ਪਸ਼ੂ ਕਿਹਦਾ ਕਹਿੰਦਾ? ਮਾਰ ਖਾਣ ਤੇ ਡਾਂਗਾ। ਉਹ ਕੀ ਹਾਲ ਹੈ ਗੇਲਿਆ ਤੇਰਾ? ਕੀ ਹਾਲ ਹੈ ਗੰਦੂਰ ਸਿਆ ਤੇਰਾ? ਠੀਕ ਹੈ ਚੇਅਰਮੈਨ ਸਾਹਿਬ, ਤੁਸੀਂ ਸੁਣਾਓ। ਸਾਡੇ ਕਾਹਦੇ ਹਾਲ ਹੋਣੇ? ਜਾਨ ਕੜਕੀ ਚਾਹੀ ਪਈ ਹੈ। ਕੀ ਗੱਲ ਹੋ ਗਈ? ਹੋਣਾ ਕੀ ਹੈ? ਗੰਦੂਰ ਸਿਆ ਹਾਂ, ਇੱਕ ਪਾਸੇ ਦਾ ਸਰਕਾਰ, ਦੂਜੇ ਪਾਸੇ ਭਾਈ ਤੁਸੀਂ। ਕਿਉਂ ਹੋਈ ਜਾਣਾ ਸੀ ਦੂਜੇ ਪਾਸੇ? ਓਏ, ਦੂਜੇ ਪਾਸੇ ਤਾਂ ਹੋ ਜਾਓ, ਪਰ ਉਹਦਾ ਵੀ ਕੋਈ ਤਰੀਕਾ ਹੁੰਦਾ ਗੰਦੂਰ ਸਿਆ। ਚੱਲ ਤੂੰ ਦੱਸ ਦੇ ਵੀ ਕਿਹੜਾ ਤਰੀਕਾ ਹੁੰਦਾ। ਕੱਲਰ ਜ਼ਮੀਨ ਦੇ ਤੁਹਾਨੂੰ ਥੱਪੇ ਰੁਪਏ ਮਿਲਦੇ ਆ, ਹੋਰ ਕੀ ਚਾਹੀਦਾ? 90 ਰੁਪਏ ਮਿਲਦੇ ਨਾ, ਤੂੰ ਲੈ। ਤੇਰੇ ਕੋਲੇ ਤਾਂ 60 ਕਿੱਲੇ ਜ਼ਮੀਨ ਆ। ਓਏ, ਮੇਰਾ ਕਿਹੜਾ ਜੀ ਨਹੀਂ ਕਰਦਾ ਪੈਸੇ ਲੈਣ ਨੂੰ। ਮੇਰੀ ਕਿਹੜਾ ਜ਼ਮੀਨ ਆਈ ਆ ਲਾਲ ਲਕੀਏ ਦੇ ਅੰਦਰ? ਜੇ ਮੇਰੀ ਆਈ ਹੁੰਦੀ ਮੈਂ ਤਾਂ ਸਭ ਤੋਂ ਪਹਿਲਾਂ ਲੈਣੇ ਸੀ। ਫਿਰ ਇਹੀ ਤਾਂ ਗੱਲ ਹੈ ਨਾ, ਆ ਤੁਹਾਡੀ 60 ਕਿੱਲਿਆਂ ਦੀ ਜ਼ਮੀਨ ਕਿਉਂ ਨਹੀਂ ਆਈ? ਆ ਸਾਡੀ 5 ਕਿੱਲਿਆਂ ਦੀ ਕਿਵੇਂ ਆ ਗਈ ਵਿੱਚ? ਤੈਨੂੰ ਜ਼ਮੀਨ ਚਾਹੀਦੀ ਹੈ ਨਾ, ਜ਼ਮੀਨ ਚਾਹੀਦੀ ਹੈ ਤੈਨੂੰ, ਤੂੰ ਚੈੱਕ ਫੜ ਸਰਕਾਰ ਤੋਂ। ਕੱਲ ਹੀ ਬਿੱਟੂ ਦਲਾਲ ਨੂੰ ਕਹਾ ਕੇ ਜੋ ਤੇਰੇ ਸਿਰਾਂ ਦੀ ਜ਼ਮੀਨ ਦਾ ਸੌਦਾ ਕਰਾ ਦਿੰਦੇ ਆ। ਮੈਂ ਜਾਣਦਾ ਇਹਨਾਂ ਦਲਾਲਾਂ ਨੂੰ, ਪਹਿਲਾਂ ਉਜੜ ਦੀ ਦਲਾਲੀ ਲੈਂਦੇ ਆ, ਫਿਰ ਨਵੇਂ ਥਾਂ ਬਸਣ ਦੀ ਦਲਾਲੀ ਭਾਲਦੇ ਆ ਇਹ। ਕਮਜ਼ੋਰ ਸਿਆ ਅਗਲੇ ਦਾ ਜ਼ੋਰ ਚੱਲਦਾ, ਧੱਕੇ ਨਾਲ ਟੱਪ ਲੈਣਗੇ ਫੇਰ ਚੰਗਾ ਰਹੇਗਾ। ਜਿੱਥੇ ਉਹਨਾਂ ਦਾ ਜ਼ੋਰ ਚੱਲਦਾ ਨਾ ਉਹ ਲਾ ਲੈਣਾ, ਜਿੱਥੇ ਮੇਰਾ ਚੱਲਦਾ ਹੋਇਆ ਮੈਂ ਲਾਉਣਾ ਆਪਦਾ ਜ਼ੋਰ। ਕਮਜ਼ੋਰ ਤਾਂ ਤੂੰ ਸਮਝਦਾ ਕਿਉਂ ਨਹੀਂ ਜਾ? ਮੈਂ ਮੌਜੂਦਾ ਸਰਪੰਚ, ਚੇਅਰਮੈਨ, ਵੋਟਾਂ ਦਾ ਟਾਈਮ ਚੱਲਦਾ, ਮੌਜੂਦਾ ਚੇਅਰਮੈਨ ਤੇ ਵੋਟਾਂ ਪਵਾਉਣ ਵਾਸਤੇ ਉਤੋਂ 100 ਕਿਸਮ ਦੇ ਪ੍ਰੈਸ਼ਰ ਹੁੰਦੇ ਆ ਯਾਰ। ਹੁਣ ਮੈਨੂੰ ਸਮਝ ਆਈ ਵੀ ਤੈਨੂੰ ਕੋਲ ਲਾਲੇ ਪਏ ਹੋਇਆ। ਮੇਰੀ ਗੱਲ ਕੰਨ ਖੋਲ ਕੇ ਸੁਣ ਲੈ, ਮੈਂ ਨਹੀਂ ਛੱਡਦਾ ਆਪਣੀ ਜ਼ਮੀਨ। ਕਰ ਲੈਣ ਜਿਹੜਾ ਕੁਛ ਹੁੰਦਾ ਉਹਨਾਂ ਤੋਂ। ਦੇਖ ਲੈ ਕੰਦੂਰ ਸਿੰਘ, ਸਰਕਾਰ ਦੇ ਹੱਥ ਬੜੇ ਲੰਮੇ ਹੁੰਦੇ ਨੇ, ਕੱਟੇ ਵੀ ਜਾ ਸਕਦੇ ਆ। ਮੈਂ ਜ਼ਮੀਨ ਖਾਤਰ ਪਿੰਡ ਵਾਲਿਆਂ ਨਾਲ ਸੰਘਰਸ਼ ਕਰਨ ਦੀ ਗੱਲ ਕੀਤੀ। ਅੱਧਿਆਂ ਦੀ ਤਾਂ ਜ਼ਮੀਨ ਵਿੱਚ ਚਾਹੀਦੀ ਸੀ, ਅੱਧਿਆਂ ਨੇ ਪਹਿਲਾਂ ਮੁੱਠੇ ਲਾਤੇ ਤੇ ਅੱਧੇ ਪੁਲਿਸ ਦੀਆਂ ਡਾਂਗਾਂ ਤੋਂ ਡਰਦੇ ਘਰੇ ਵੜ ਕੇ ਬਹਿ ਗਏ। ਕੱਲੇ ਸਾਧੂ ਸਿੰਘ ਨੇ ਉਦਮ ਕੀਤਾ। ਅਸੀਂ ਥੋੜੇ ਜਿਹੇ ਬੰਦੇ ਦਿਨ ਰਾਤ ਭੁੱਖਣ ਭਾਣੇ ਜ਼ਮੀਨ ਦੀ ਵੱਟ ਤੇ ਸੰਘਰਸ਼ ਕਰਦੇ ਰਹੇ। ਫਿਰ ਕੀ ਸੀ? ਉਹੀ ਜੋ ਹੁੰਦਾ, ਧੱਕੇਸ਼ਾਹੀ, ਲਾਠੀ ਚਾਰਜ। ਇੱਥੋਂ ਤੱਕ ਕਿ ਜ਼ਿਮੀਂਦਾਰਾਂ ਤੇ ਪੁਲਿਸ ਵਾਲੇ ਨੇ ਸ਼ਰੇਆਮ ਗੋਲੀ ਚਲਾਈ। ਆਖਰ ਉਹਨਾਂ ਦਾ ਜ਼ੋਰ ਚੱਲ ਗਿਆ, ਸਾਰੀ ਜ਼ਮੀਨ ਵਾਲੇ ਤਾਰ ਬਗੜਤੀ ਤੇ ਘਰ ਖਾਲੀ ਕਰਨਾ ਦੇਖ ਦੇ ਦਿੱਤਾ। ਮੈਥੋਂ ਇਹ ਗੱਲ ਸਹਿਣ ਨਹੀਂ ਹੋਈ। ਹੁਣ ਮੈਨੂੰ ਐਂ ਲੱਗਿਆ ਵੀ ਕੁਛ ਤਾਂ ਕਰਨਾ ਬਣਦਾ। ਮੈਂ ਕਰਨਾ ਕੀ ਹੈ? ਮੈਂ ਥਾਣੇ ਜਾ ਕੇ ਰਿਪੋਰਟ ਲਿਖਾ ਕੇ ਆਉਣਾ। ਐਵੇਂ ਨਾ ਡਰ ਤੂੰ, ਐ ਤਾਂ ਜਿਹੜਾ ਤੂੰ ਸਾਡੀ ਜ਼ਮੀਨ ਦਾ ਬੜਾ ਕਰੂ।
ਪਹਿਲਾਂ ਮੈਂ ਥਾਣੇ ਰਿਪੋਰਟ ਲਿਖਾ ਕੇ ਆਉਣਾ। ਹਾਂ ਉਹ ਮੇਜਰ ਜੀ ਜਨਾਬ। ਉਹ ਲਿਆ ਵੀ ਰਜਿਸਟਰ ਆਏ ਹਾਜ਼ਰੀ ਆਏ ਕਰੋ ਲੱਸੀ ਦਾ ਗਲਾਸ ਵੀ ਮੰਗਾ ਦੇ। ਮੰਗਾ ਦਿੰਦੇ ਜੀ ਜਨਾਬ। ਰਾਤ ਬਾਹਲੀ ਪੀਤੀ ਗਈ ਯਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਜਨਾਬ ਸਤਿ ਸ਼੍ਰੀ ਅਕਾਲ। ਓਏ ਹੋ ਤਾਂ ਗਈ ਕਿੰਨੇ ਕੁ ਵਾਰੀ ਕਰੇਗਾ? ਜਨਾਬ ਇੱਕ ਰਿਪੋਰਟ ਲਿਖਾਉਣੀ ਹੈ ਜੀ। ਰਿਪੋਰਟ ਲਿਖਾਉਣੀ ਆਉਂਦੇ ਇੱਥੇ ਸਾਰੇ। ਹੋਰ ਮੈਂ ਬਿਜਲੀ ਦੇ ਬਿੱਲ ਭਰਨ ਨੂੰ ਬੈਠਾ। ਜਨਾਬ ਇੱਕ ਰਿਪੋਰਟ ਲਿਖ ਦਿਓ ਜੀ ਫਿਰ। ਰਿਪੋਰਟ ਤੋਂ ਯਾਦ ਆਇਆ ਇਹ ਵੀ ਕਿਸੇ ਦਾ ਕੰਮ ਟਾਈਮ ਤੇ ਨਹੀਂ ਕਰਦੇ। ਉਹ ਹਾਂ ਬਈ ਉਹ ਸਿਲੰਡਰ ਪਹੁੰਚਾਉਣਾ ਨਹੀਂ ਘਰੇ। ਮੇਰੀ ਘਰਵਾਲੀ ਨੇ ਸਾਰਾ ਘਰ ਸਿਰ ਤੇ ਚੱਕ ਰੱਖਿਆ। ਜੇ ਸ਼ਾਮ ਤੱਕ ਸਿਲੰਡਰ ਘਰੇ ਨਾ ਪਹੁੰਚਿਆ ਸਾਰੇ ਸਿਲੰਡਰਾਂ ਦੇ ਗੱਡੀ ਥਾਣੇ ਲਾ ਦੂੰ। ਠੀਕ ਹੈ ਪਹੁੰਚ ਜਾਣਾ ਚਾਹੀਦਾ। ਜਨਾਬ ਮੇਰੀ ਰਿਪੋਰਟ ਲਿਖ ਦਿਓ ਜੀ। ਮੈਂ ਹਾਂਜੀ ਹਾਂਜੀ ਸਾਹਿਬ ਜੀ ਮੈਂ ਕਿਹਾ ਜੀ ਕੱਲੇ ਬੰਦੇ ਦੀ ਲਿਸਟ ਆ ਜੀ ਮੇਰੇ ਕੋਲ। ਆ ਜਿਹੜੇ 4 ਦਿਨ ਚੰਗਣਾ ਜਾਂ ਮਾਰਦੇ ਫਿਰਦੇ ਸੀ ਨਾ ਐਸਾ ਮੈਂ ਉਸ ਮੁਕਾਬਲਾ ਬਣਾ ਕੇ ਜਨਾਬ ਹਾਂਜੀ ਹਾਂਜੀ ਮੈਂ ਕਿਹਾ ਯਾਰ ਨਿੱਕੀਆਂ ਮੋਟੀਆਂ ਜੁੜੀਆਂ ਨਾ ਤਾਂ ਮੈਂ ਪੂਤੀ ਵਾਂਗੂ ਖੜਾ ਦੇ ਜਾਈ। ਹਾਂਜੀ 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 ਜਨਾਬ ਹਾਂਜੀ ਪਰ ਤੁਸੀਂ ਮੇਰੀ ਪ੍ਰਮੋਸ਼ਨ ਦਾ ਖਿਆਲ ਰੱਖਿਓ ਜੀ। ਦੇਖੋ ਜੀ 5 ਸਾਲ ਹੋ ਗਏ ਥੋੜੀ ਖਿਦਮਤ ਕਰਦਿਆਂ ਨੂੰ। ਹਾਂਜੀ ਓਕੇ ਜੀ ਹਾਂਜੀ ਜਨਾਬ ਮੇਰੀ ਰਿਪੋਰਟ ਲਿਖ ਦਿਓ। ਉਹ ਲਿਖ ਦੇਣਾ ਰਿਪੋਰਟ ਮਾਤਾ ਰਿਪੋਰਟ ਵੀ ਨਾ ਚੋਣ ਜਾਬ ਤੇਰਾ ਟਾਈਮ ਚੱਲਦਾ ਕੋਈ ਰਿਪੋਰਟ ਨਹੀਂ ਲਿਖੀ ਜਾਣੀ। ਅੱਛਾ ਚੁੱਪ ਤਨਖਾਹਾਂ ਤਾਂ ਮਿਲਦੀਆਂ ਹੋਣਗੀਆਂ ਜੀ। ਨਾ ਹੁਣ ਤੂੰ ਸਾਨੂੰ ਸਾਡੀਆਂ ਤਨਖਾਹਾਂ ਗਿਣਾਏਗਾ। ਜਨਾਬ ਬਾਹਲੀ ਜ਼ਰੂਰੀ ਰਿਪੋਰਟ ਹੈ ਜੀ। ਬਸ ਸਾਰਿਆਂ ਦਾ ਜ਼ਰੂਰੀ ਹੁੰਦਾ। ਸਾਡੇ ਲਈ ਤਾਂ ਜੀ ਮਰਨ ਮਰਾਉਣ ਦਾ ਸਵਾਲ ਸਮਝੋ ਜੀ। ਜਨਾਬ ਮਸਲਾ ਗੰਭੀਰ ਲੱਗਦਾ ਜੀ। ਅੱਛਾ ਇੱਧਰ ਆ ਜਾ ਵੀ ਮਿੱਤਰਾ ਤੈਨੂੰ ਮੈਂ ਸਮਝਾਉਣਾ। ਅਸਲ 'ਚ ਦਿਨ ਬਾਈ ਸਰਕਾਰੀ ਖਿਦਮਤ ਦੇ ਹੁੰਦੇ ਆ। ਆਮ ਬੰਦੇ ਨੂੰ ਰਿਪੋਰਟ ਲਿਖਾਉਣ ਲਈ ਐਕਸਟਰਾ ਚਾਰਜ ਦੇਣੇ ਪੈਂਦੇ ਆ। ਉਹ ਕੀ ਹੁੰਦੇ ਆ ਜੀ? ਓਏ ਖਰਚੇ ਪੰਨ ਕਸਾਈ ਪੰਨ ਚੜਾਈ ਬਾਈ ਕਾਗਜ਼ਾਂ ਦੇ ਖਰਚੇ ਜਾਂ ਸਰਕਾਰੀ ਖਰਚੇ। ਆਹ ਕੀ ਹੁੰਦੇ ਆ ਜੀ? ਓਏ ਉਹਦਾ ਤੈਨੂੰ ਮੈਂ ਸਮਝਾਉਣਾ। ਦੇਖ ਮੈਟਰ ਕਰਦਾ ਵੀ ਰਿਪੋਰਟ ਆਪਾਂ ਹੀਟਰ ਚਲਾ ਕੇ ਲਿਖ ਰਹੇ ਹਾਂ ਜਾਂ ਹੀਟਰ ਬੰਦ ਕਰਕੇ। ਹੀਟਰ ਦਾ ਕੀ ਸੰਬੰਧ ਹੈ ਜੀ ਰਿਪੋਰਟ ਨਾਲ? ਓਏ ਹੀਟਰ ਚੱਲੂ ਬਿਜਲੀ ਫੂਕੂ ਬਿੱਲ ਆਊ ਦੁੱਗਣੀ ਫੀਸ। ਹੀਟਰ ਬੰਦ ਕਰਕੇ ਰਿਪੋਰਟ ਲਿਖ ਲਓ ਜੀ। ਓਏ ਮੂਰਖਾ ਸਾਹਿਬ ਨੂੰ ਠੰਡ ਲੱਗੂ। ਸਾਹਿਬ ਤਾਂ ਸਾਡੇ ਪਹਿਲਾਂ ਹੀ ਮਹੀਨਾ ਨਹਾਉਂਦੇ। ਉਦੋਂ ਵੀ ਦੁੱਗਣੀ ਫੀਸ। ਜਨਾਬ ਮੈਨੂੰ ਐਂ ਓਏ ਮੈਟਰ ਦਾ ਇਹ ਨਹੀਂ ਕਰਦਾ ਵੀ ਰਿਪੋਰਟ ਆਪਾਂ ਸੂਰਜ ਵੱਲ ਮੂੰਹ ਕਰਕੇ ਲਿਖ ਰਹੇ ਹਾਂ ਜਾਂ ਪਿੱਛ ਕਰਕੇ। ਹੁਣ ਸੂਰਜ ਤੇ ਰਿਪੋਰਟ ਦਾ ਜਨਾਬ ਕੀ ਸੰਬੰਧ ਹੈ ਜੀ? ਓਏ ਦੇਖ ਬਈ ਜੇ ਸੂਰਜ ਵੱਲ ਮੂੰਹ ਕਰਕੇ ਲਿਖਾਂਗੇ ਨਾ ਇੱਕ ਤਾਂ ਸੂਰਜ ਦੀਆਂ ਕਿਰਨਾਂ ਦੇ ਨਾਲ ਸਿੱਧੀ ਟੱਕਰ ਦੂਜੀ ਰਿਪੋਰਟ ਦੁੱਗਣੀ ਫੀਸ। ਸੂਰਜ ਵੱਲ ਪਿੱਠ ਕਰਕੇ ਰਿਪੋਰਟ ਲਿਖ ਲਓ ਜੀ। ਓਏ ਉਹ ਨੇਰਾ ਪਊ ਅੱਖਾਂ ਦਾ ਜੋ ਲੱਗੂ ਉਦੋਂ ਵੀ ਦੁੱਗਣੀ ਫੀਸ। ਜਨਾਬ ਜਿਵੇਂ ਮਰਜ਼ੀ ਕਰੋ ਤੁਸੀਂ ਮੇਰੀ ਰਿਪੋਰਟ ਲਿਖ ਦਿਓ ਜੀ। ਐਂ ਕਹਿਣਾ ਫਿਰ ਉਹ ਮੇਜਰ ਜੀ ਜਨਾਬ ਸੰਨ ਕਲਾਸ ਕਰ ਦੇ ਲੱਸੀ ਦੇ। ਮੰਗਾ ਦਿੰਦੇ ਜੀ ਜਨਾਬ। ਲਾ ਬਈ ਤੂੰ ਐਂ ਕਰ ਠੇਕਾ ਕਰ ਲਾ ਮੇਰਾ ਪੱਕਾ ਪੱਕਾ 1000 ਰੁਪਏ ਦੇ ਦੇ। 1000? ਜਨਾਬ 1000 ਰੁਪਏ ਤਾਂ ਬਾਹਲਾ ਜ਼ਿਆਦਾ ਜੀ। ਜਾਦੇ ਹਾਂਜੀ 990 ਦੇ ਦੇ। 10 ਰੁਪਈਆਂ ਦਾ ਫਰਕ ਪਾਇਆ ਜੀ। ਫਿਰ 1000 ਹੀ ਦੇ ਦੇ। ਘੱਟ ਕਰ ਲਓ ਜੀ। ਮੈਂ ਜ਼ਿਮੀਦਾਰ ਬੰਦਾ ਜੀ। ਮੈਨੂੰ ਬੜੀ ਦੂਰ ਚੱਲ ਕੇ ਆਇਆ ਜੀ ਮੈਂ ਤੁਹਾਡੇ ਕੋਲੇ ਜੀ। ਹਾਂਜੀ 900 ਦੇ ਦੇ ਚੱਲ। 900 ਨਹੀਂ ਹੈਗਾ ਜੀ ਮੇਰੇ ਕੋਲੇ। 800 ਦੇ ਦੇ। ਮੈਂ ਤਾਂ 800 ਵੀ ਨਹੀਂ ਲੈ ਕੇ ਆਇਆ ਜੀ। 700 700 ਕਿੱਥੇ ਹੋਊਗਾ ਜੀ? ਚੱਲ 600 ਦੇ ਦੇ। ਮੈਂ ਕਿਹਾ ਜਮੀ ਨਹੀਂ ਜੀ। ਉਹ 500 ਮਤਲਬ ਹੀ ਨਹੀਂ ਉਹ ਤੇਰੇ ਜੀ। ਕੋਲ ਕਿੰਨੇ ਆ? ਦੇਖਦਾ ਹਾਂ ਜੀ ਇੱਕ ਮਿੰਟ ਖੜੋ ਜੀ। 120 ਰੁਪਏ ਜੀ। ਹੱਥ ਲੰਗ ਚੱਲ 120 ਪਾ ਜਾ 20 ਰੁਪਏ ਰਿਪੋਰਟ ਲਿਖਾਉਣਾ। ਆਖੇ ਜੀ ਪਹਿਲੇ ਭਰਾ ਦੇ ਜਿੰਨੇ ਹੈਗੇ ਤੇਰੇ ਕੋਲ ਤਾਂ 6 ਮਹੀਨੇ ਹੋ ਗਏ ਸਰਕਾਰ ਨੇ ਸਾਡੀ ਤਨਖਾਹ ਨਹੀਂ ਪਾਈ। ਹੁਣ ਤਾਂ ਲੱਗਦਾ ਸਰਕਾਰ ਦੇ ਉੱਪਰ ਕੀ ਹੋ ਜੂ। ਉਹ ਮੇਜਰ ਜੀ ਜਨਾਬ। ਆ ਰਿਪੋਰਟ ਲਿਖਿਆ ਬੰਦੇ ਦੀ। ਓਏ ਹਾਂ ਵੀ
ना बोल भाई। ना बोला जी। ओए ना बोल। ना बोला जी। ओए ना बोल यार। नहीं बोला जी। ओए तेनू कहने किया गमदूर सिंह। ओए गमदूरे दिया लग दिया। ओए तेरा आटा दाल स्कीम च की ना लिखिया बई? आटा दाल स्कीम तो साढ़े लगी नहीं जी। लगी नहीं? ओए साडे ਤਾਂ ਐਸਐਸਪੀ ਸਾਹਿਬ ਵੀ ਲਵਾਈ ਫਿਰਦੇ ਆ। ਉਹਨਾਂ ਦੀ ਕਿਵੇਂ ਲੱਗੀ ਜੀ? ਓਏ ਤੂੰ ਸਿੱਧਾ ਹੋ ਕੇ ਦੱਸ ਵੀ ਤੇਰਾ ਪੂਰਾ ਨਾਂ ਕੀ ਆ, ਕਾਗਜ਼ਾਂ 'ਚ ਕੀ ਨਾਂ ਚੱਲਦਾ? सरदार गमदूर सिंह। ਸਰਦਾਰ ਗਮਦੂਰ ਸਿੰਘ son of मक्खन सिंह। ਪਿੰਡ गोविंदपुरा। ਜ਼ਿਲ੍ਹਾ मानसा जी। ਕੀ ਮੁਸੀਬਤ ਆ ਬਈ? मेरी जमीन दा पली जी। ਜ਼ਮੀਨ ਦਾ ਪਲੀ? हाँ जी। ਮੈਨੂੰ ਦੱਸ ਕਿਹੜਿਆ? 5 ਕਿੱਲੇ ਦਾ ਜ਼ਮੀਨ ਦਾ ਪਲੀ ਜੀ। ਅੱਛਾ ਉੱਤੋਂ ਘਰ ਦੱਬਣ ਨੂੰ ਫਿਰਦੇ ਹੁਣ। ਘਰ ਵੀ ਦੱਬਣ ਨੂੰ ਫਿਰਦੇ ਆ? हाँ जी। ਮੈਨੂੰ ਦੱਸ ਮੈਂ ਫੇਰੂ ਪਟਾ ਸਾਲਿਆਂ ਨੂੰ ਕਰ ਦਾਂਗੇ ਪੱਧਰ ਆਪਾਂ। ਆਹੀ ਨੇ ਜੀ ਪਿਉਨਾ ਪਾਵਰ ਪਲਾਂਟ ਵਾਲੇ। ਕਿਉਂ ਨਾ ਪਾਵਰ ਪਲਾਂਟ? ਓਏ ਇਹ ਜ਼ਮੀਨ ਸਰਕਾਰ ਨੇ ਨਹੀਂ ਕੋਈ ਕਰਕੇ ਦਿੱਤੀ? ਫਿਰ ਐ ਕਰੋ ਜੀ, ਸਰਕਾਰ ਦਾ ਨਾਮ ਵੀ ਵਿੱਚ ਹੀ ਲਿਖ ਦਿਓ। ਓ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਅਸੀਂ ਮੇਰੇ ਸਰਕਾਰ ਦੇ ਬੰਦੇ ਸਰਕਾਰ ਵਿਰੁੱਧ ਲਿਖ ਸਕਦੇ ਕਿਤੇ? ਜਨਾਬ ਜਨਤਾ ਦੀ ਰਾਖੀ ਕਰਨਾ ਵੀ ਤੁਹਾਡਾ ਹੀ ਫਰਜ਼ ਬਣਦਾ ਜੀ। ਓਏ ਮੈਂ ਜਾਣਦਾ, ਇਹ ਵੀ ਜਾਣਦਾ ਤੇਰੇ ਵਰਗੇ ਵਿਗੜੇ ਨੂੰਬਰ ਲੋਟ ਨਾ ਆਉਣ ਨਾ, ਉੱਥੇ ਲੰਬਾ ਪਾ ਲਓ ਇਹਨਾਂ ਨੂੰ। ਜਾ ਭੱਜ ਹੁਣ ਇੱਥੋਂ। ਰਿਪੋਰਟ ਕੈਂਸਲ ਹੈ ਜੀ। ਨਾ ਹੁਣ ਲਿਖ ਕੇ ਦੇਵਾਂ? ਰੁਪਈਏ ਮੋੜੋ ਜੀ ਮੇਰੇ। ਅੱਛਾ ਓਏ ਹੁਣ ਤੂੰ ਸਾਡੇ ਸਭ ਤੋਂ ਪੈਸੇ ਵਾਪਸ ਕਰਾਏਗਾ? ਓਏ ਤੈਨੂੰ ਪਤਾ ਸਰਕਾਰ ਵਿਰੁੱਧ ਭੜਕਾਉਣ ਦੇ ਜੁਰਮ 'ਚ ਤੈਨੂੰ 5000 ਰੁਪਏ ਜੁਰਮਾਨਾ ਤੇ 3 ਸਾਲ ਦੀ ਕੈਦ ਹੋ ਸਕਦੀ ਆ। ਜਾ ਭੱਜ ਹੁਣ ਇੱਥੋਂ। ਸਭ ਮੈਂ ਚੁੱਪਚਾਪ ਰੰਗ ਚਿੱਠੀਆਂ ਨੂੰ ਮੁੜ ਕੇ ਆ ਗਿਆ। ਇੱਕ ਆਮ ਅਣਜਾਣ ਬੰਦੇ ਕੋਲ ਹੋਰ ਚਾਰਾ ਵੀ ਕੀ ਹੋ ਸਕਦਾ ਹੈ। ਮੈਨੂੰ ਐ ਲੱਗਿਆ ਜਿਵੇਂ ਮੇਰੀ ਖੇਤ ਦੀ ਵੱਟ ਤੇ ਖੜਾ ਪਿੱਪਲ ਧਾਹਾਂ ਮਾਰ ਕੇ ਰੋ ਪਿਆ ਹੋਵੇ, ਮੈਨੂੰ ਵਾਜਾ ਮਾਰਦਾ ਹੋਵੇ। ਕਦੇ ਕਦੇ ਮੇਰਾ ਜੀ ਕਰੇ ਉਸੇ ਪਿੱਪਲ ਦੇ ਟਾਣੇ ਨਾਲ ਫਾਹਾ ਲੈ ਕੇ ਮਰ ਜਾ। ਪਰ ਮਰਨਾ ਸੌਖਾ ਥੋੜਾ ਪਈ। ਜੇ ਮਰਨਾ ਹੀ ਹੈ ਕੁਛ ਕਰਕੇ ਮਰੋ, ਪਤਾ ਤਾਂ ਲੱਗੇ। ਮੈਂ ਵੱਡੀ ਸਾਰੀ ਹਾਈਵੇ ਦੇ ਵਿਚਾਲੇ ਜਾ ਕੇ ਧਰਨ ਵਾਲਾ। ਮੇਰੇ ਹੱਕ ਇੱਥੇ ਰੱਖ, ਅੰਨੀਏ ਬੋਲੀਏ ਕਾਣੀ ਹਕੂਮਤੇ ਮੇਰੇ ਹੱਕ ਇੱਥੇ ਰੱਖ। ਮੇਰੇ ਪਤਾ ਮਰਨਾ ਕਿਤੇ ਹੋਰ ਜਾ ਕੇ ਮਰ ਜਾ। ਮੇਰੀ ਗੱਡੀ ਥੱਲੇ ਜ਼ਰੂਰੀ ਆ ਕਿ ਮਰਨਾ ਯਾਰ? ਮੇਰਾ ਕੁੰਡਾ ਕਰਾਏਗਾ। ਇਹਨਾਂ ਨਹੀਂ ਧਰਨੇ ਤੇ ਬੈਠਾ। ਧਰਨੇ ਤੇ ਬੈਠਾ? ਪਹਿਲੀ ਵਾਰ ਦੇਖਿਆ ਕੋਈ ਇਕੱਲਾ ਬੰਦਾ ਧਰਨੇ ਤੇ ਬੈਠਾ। ਇਹਦਾ ਕੀ ਇਲਾਜ ਆ? ਇਹ ਆ ਚੱਕ ਆ ਕੀ ਓਏ? ਐਡਰੈਸ ਆ ਸੱਜੂ ਰਾਮ ਡਾਕਟਰ ਦਾ। ਪਾਗਲਖਾਨੇ ਜਾ ਕੇ ਇਲਾਜ ਕਰਾ ਆਪਣਾ। ਪਾਗਲ ਹੋਊਗਾ ਤੇਰਾ ਪਿਓ। ਅਸੀਂ ਦੇਸ਼ ਦੇ ਅੰਨਦਾਤਾ ਹੁੰਨੇ ਆ। ਅੱਛਾ ਤੁਸੀਂ ਅੰਨਦਾਤਾ ਹੁੰਦੇ ਹੋ? ਹਾਂ। ਮੈਂ ਫੇਰ ਆਰਤੀ ਲਾ ਤੇਰੀ। ਇਕੱਲੇ ਬੰਦੇ ਨੇ ਸਾਰੀ ਸੜਕ ਜਾਮ ਕਰ ਰੱਖੀ ਹੈ। ਤੈਨੂੰ ਪਤਾ ਤੇਰੇ ਕਰਕੇ ਦੇਸ਼ ਦੀ ਤਰੱਕੀ 'ਚ ਕਿੰਨਾ ਵਿਗੜ ਪੈ ਰਿਹਾ ਹੈ? ਕਿੰਨਾ ਵਿਗੜ ਪੈ ਰਿਹਾ? ਵਿਗੜ ਕਿੰਨਾ ਵਿਗੜ ਪੈ ਰਿਹਾ ਜੀ? ਵਿਗੜ ਕਿੰਨਾ ਵਿਗੜ ਪੈਂਦਾ ਜੀ? ਹਾਂ ਗੱਲ ਕਰੀ ਹੈ? ਨਹੀਂ ਨਹੀਂ ਠੀਕ ਹੈ ਨਾ? 5 ਫੁੱਟ 8 ਇੰਚ। और कमाऊंगे जी? कोट पैंट में आओगे जी? चुप करेगा? ਭਲਾ ਤੂੰ ਲਾ ਇਹਦਾ 70 ਕਿਲੋ ਦਾ ਪੀਸ ਤਾਂ ਹੈਗਾ। ये खड़ा खड़ा ते लेके जाना तो मैनू देख लो। ਥਾਣੇ ਲੈ ਕੇ ਜਾਣਾ ਚੱਲੇਗਾ? ਜਨਾਬ ਮੈਥੋਂ ਕੀ ਕਸੂਰ ਹੋ ਗਿਆ ਜੀ? ਤੈਨੂੰ ਪਤਾ 70 ਕਿਲੋ ਭਾਰ ਦੀ ਕੋਈ ਵੀ ਚੀਜ਼ ਜਿਵੇਂ ਤੂੰ ਆ ਸੜਕ ਦੇ ਉੱਪਰ ਰਗੜ ਪੈਦਾ ਕਰੇ, ਸੜਕ ਦੀ 3 ਸੈਂਟੀਮੀਟਰ ਉੱਪਰ ਦੀ ਪਰਤ ਹੁੰਦੀ ਆ ਨਾ ਜਿਹੜੀ, ਉਹ ਬੁਰੀ ਤਰ੍ਹਾਂ ਖਰਾਬ ਹੋ ਸਕਦੀ ਹੈ। ਐ ਕਿਵੇਂ ਹੋ ਜੂਗਾ ਯਾਰ? ਜੁੱਤੀ ਲਾ। ਹਾਂਜੀ ਜੁੱਤੀ ਲਾ ਦੇ। ਉਹ ਜੁੱਤੀ ਲਾ ਦੇ ਯਾਰ, ਲੈ ਕੇ ਨਹੀਂ ਭਜਦਾ। ਤੇਰੇ ਪੈਰਾਂ 'ਚ ਪਾਈ ਚਮੜੇ ਦੀ ਜੁੱਤੀ ਤੇ ਸੜਕ ਦੇ ਦਰਮਿਆਨ ਰਗੜ ਪੈਦਾ ਹੋ, ਰਗੜ ਨਾਲ ਗਰਮੈਸ਼ ਪੈਦਾ ਹੋ, ਉਸ ਗਰਮੈਸ਼ ਨਾਲ ਲੁੱਕ ਪਿਘਲ ਜੂ। हाँ इतनी घटिया लोग चुप करेगा? ਜਦੋਂ ਲੁੱਕ ਪਿਘਲ ਗਈ ਮੀਂਹ ਦੇ ਮੌਸਮ 'ਚ ਕਣੀਆਂ ਪੈਣਗੀਆਂ, ਤ੍ਰਿਪ 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 ਤ੍ਰਿਪ। ਬਾਜਰੀ ਦਾ ਜਿਹੜੀ ਸੜਕ ਦੀ ਬਾਜਰੀ ਹੈ ਉਹਦਾ ਪਹਿਲਾ ਦਾਣਾ ਖਿਸਕੂਗਾ, ਦੂਜਾ ਦਾਣਾ ਖਿਸਕੂਗਾ, ਤੀਜਾ, ਚੌਥਾ, ਪੰਜਵਾਂ, ਛੇਵਾਂ ਤੇ ਫਿਰ सत्तवां। ਬਿਲਕੁਲ ਸੜਕ ਦੇ ਵਿੱਚ ਖੱਡਾ ਬਣੂਗਾ, ਖੱਡਾ ਬਣਦਾ ਜਾਊਗਾ, ਬਣਦਾ ਜਾਊਗਾ, ਸੁਰੰਗ ਵੀ ਬਣ ਸਕਦੀ ਹੈ। ਯਾਰ ਐ ਕਿਵੇਂ ਹੋ ਜੂ ਭਲਾ? भाई अपने देश का कुछ भी हो सकता है।
ਚੁੱਪ ਕਰੇਗਾ। ਜਦੋਂ ਖੱਡਾ ਬਣ ਗਿਆ ਸੜਕ ਤੇ ਗੱਡੀ ਆਏਗੀ 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 ਖੱਡੇ ਨਾਲ ਟਕਰਾਏਗੀ ਤਾਂ ਪੰਪ ਕਿੱਦਾਂ ਚੱਲੂਗਾ ਜੀ? ਉਹ ਪੰਪ ਨਹੀਂ ਮੂਰਖਾ, ਗੱਡੀ ਪਲਟ ਜੂਗੀ। ਤੇ ਉਹ ਗੱਡੀ ਪਲਟਣ ਦਾ ਜ਼ਿੰਮੇਵਾਰ ਪਤਾ ਕੌਣ ਹੋਊਗਾ? ਡਰਾਈਵਰ ਜਿਹਨੂੰ ਖੱਡਾ ਨਹੀਂ ਦੇਖਿਆ। ਓਏ ਤੂੰ ਹੋਏਗਾ ਤੂੰ। ਮੈਂ ਕਿਵੇਂ ਹੋਇਆ ਯਾਰ? ਸੜਕ ਵਿਚਾਲੇ ਖੱਡਾ ਦਾ ਤੇਰੇ ਕਰਕੇ ਪੱਟਿਆ ਜਾਊਗਾ ਨਾ। ਭਾਈ ਇੱਕ ਮਿੰਟ ਮਾੜੀ ਜੀ ਗੱਲ ਸੁਣੇਗਾ। ਹਾਂ। ਜੇ ਆਪਾਂ ਹਿਸਾਬ ਕਿਤਾਬ ਲਾ ਕੇ ਦੇਖੀਏ ਤਾਂ ਜਿਹੜੀ ਲੁੱਕ ਹੈ ਉਹ ਵੀ ਤਾਂ ਵਧੀਆ ਪਾਈ ਜਾ ਸਕਦੀ ਹੈ। ਸਹੀ ਗੱਲ ਆ ਬਾਈ। ਸਹੀ ਗੱਲ ਹੈ। ਸਹੀ ਗੱਲ ਹੈ। ਦੇਖ ਕਿਵੇਂ ਹਿਮੜੇ ਕਰਦਾ ਦੇਖ। ਜਾ ਕੇ ਮੁੰਡੇ ਇੱਕ ਸੁਣ ਲੂ ਚੁੱਪ ਕਰਕੇ ਖੜਾ ਦੇ। ਉਹ ਖੱਡੇ ਕਰਕੇ 10 15 20 ਜਿੰਨੇ ਵੀ ਬੰਦੇ ਮੈਂ ਨਹੀਂ ਚਾਹੁੰਦਾ ਇੱਕ ਖੱਡੇ ਕਰਕੇ 15-20 ਮੌਕਾ ਹੋਰ। ਉਹ ਬਾਈ ਲੁੱਕ ਵੀ ਤਾਂ ਵਧੀਆ ਪਾਈ ਜਾ ਸਕਦੀ ਹੈ। ਸਹੀ ਗੱਲ ਹੈ ਬਾਈ। ਸਹੀ ਗੱਲ ਹੈ। ਸਹੀ ਗੱਲ ਹੈ। ਜਾਏਗਾ ਭਾਈ ਜਾਏਗਾ। ਉਹ ਪਰ ਮੇਰੇ ਢਿੱਡ 'ਚ ਕੋਲਾ ਪਿਆ ਹੋਇਆ ਕੋਲਾ। ਤੇਰਾ ਲੱਖਾਂ ਬੰਦਿਆਂ ਦੀ ਜ਼ਿੰਦਗੀ ਦਾ ਸਵਾਲ ਹੈ। ਲੁੱਕ ਵੀ ਤਾਂ ਵਧੀਆ ਪਾਈ ਜਾ ਸਕਦੀ ਹੈ। ਹਾਂ ਭਾਈ ਭਾਈ ਜਾਦਾ ਜੀ ਅਗਲੀ ਵਾਰੀ ਪਾ ਲਾਂਗੇ ਭਾਈ ਜਾਏਗਾ। ਚੱਲ ਯਾਰ ਮੈਂ ਤੈਨੂੰ ਇੱਕ ਹੋਰ ਉਦਾਹਰਨ ਦਿੰਦਾ ਠੀਕ ਹੈ ਧਿਆਨ ਨਾਲ ਸੁਣੀ। ਮੰਨ ਲੈ ਅੱਧੀ ਰਾਤ ਨੂੰ ਕੱਲੀ ਜਨਾਨੀ ਗੱਡੀ ਚਲਾਉਂਦੀ ਚਲਾਉਂਦੀ ਸੜਕ ਤੇ ਆ ਰਹੀ ਆ ਧੜਮ ਖੱਡੇ 'ਚ ਗੱਡੀ ਦਾ ਟਾਇਰ ਫਸ ਗਿਆ। ਹੁਣ ਦੇਖ ਜਨਾਨੀ ਗੱਡੀ ਦਾ ਗੇਅਰ ਪਾਉਂਦੀ ਆ ਰੇਸ ਤੇਜ਼ ਕਰਦੀ ਆ ਟਾਇਰ ਸੁਣ ਪਤਾ ਹੈ। ਰੇਸ ਤੇਜ਼ ਕਰਦੀ ਆ। ਟਾਇਰ ਸੁਣ ਪਤਾ ਹੈ। ਜਨਾਬ ਗੱਡੀ ਦਾ ਤੇਲ ਵੀ ਮੁੱਕ ਸਕਦਾ ਜੀ। ਜਦੋਂ ਦੋ ਸਿਆਣੇ ਬੰਦੇ ਆਪ ਚ ਗੱਲ ਕਰਦੇ ਹੁਣ ਨਾ ਵਿੱਚ ਨਹੀਂ ਬੋਲੀਦਾ। ਆਓ ਸਾਹਿਬ। ਹੁਣ ਦੇ ਖੱਡੇ 'ਚ ਗੱਡੀ ਦਾ ਟਾਇਰ ਫਸ ਗਿਆ ਅੱਧੀ ਰਾਤ ਨੂੰ ਕੱਲੀ ਜਨਾਨੀ ਖੜੀ ਹੈ। ਹੁਣ ਦੇਖ 10 ਬੰਦੇ ਦਾਰੂ ਨਾਲ ਡੱਕੇ ਹੋਏ ਹੱਲਾ ਬੁੱਲਾ ਕਰਦੇ ਦੂਜੇ ਪਾਸੋਂ ਸੜਕ ਤੇ ਆ ਗਏ। ਕੱਲੀ ਜਨਾਨੀ ਖੜੀ ਹੈ 10 ਬੰਦੇ ਗੱਡੀ ਰੋਕ ਦਿਆ ਟਾਕੀ ਖੋਲ ਦਿਆ ਬਾਹਰ ਨਿਕਲ ਦਿਆ। ਕੱਲੀ ਜਨਾਨੀ ਖੜੀ ਆ 10 ਬੰਦੇ ਅੱਗੇ ਵੱਧ ਜਾਏ ਕੱਲੀ ਜਨਾਨੀ ਖੜੀ 10 ਬੰਦੇ ਹੋਰ ਅੱਗੇ ਵੱਧ ਜਾਓ ਪਤਾ ਨਹੀਂ ਹੋਊਗਾ। 10 ਬੰਦੇ ਗੱਡੀ ਲਾ ਧੱਕਾ ਲਾ ਕੇ ਗੱਡੀ ਬਾਹਰ ਕੱਢ ਦੇਣਗੇ। ਓਏ ਮੂਰਖਾ ਲੁੱਟਖੋ ਹੋ ਸਕਦੀ ਹੈ, ਬਲਾਤਕਾਰ ਹੋ ਸਕਦਾ ਹੈ ਤੇ ਕਤਲ ਵੀ ਹੋ ਸਕਦਾ ਹੈ। ਤੇ ਉਸ ਕਤਲ ਦਾ ਜ਼ਿੰਮੇਵਾਰ ਪਤਾ ਕੌਣ ਹੋਊਗਾ? 10 ਬੰਦੇ ਜਿਹੜੇ ਗਲੀ ਜਨਾਨੀ ਨੂੰ ਘੇਰਦੇ ਆ। ਤੂੰ ਹੋਏਗਾ ਤੂੰ। ਮੈਂ ਕਿਵੇਂ ਹੋਇਆ ਯਾਰ? ਸੜਕ ਤੇ ਖੱਡਾ ਦਾ ਤੇਰੇ ਕਰਕੇ ਪੱਟਿਆ ਜਾਊਗਾ ਨਾ। ਮੁੱਖ ਦੀ ਗੱਲ ਇਹ ਹੈ ਵੀ ਤੇਰੇ ਇੱਥੇ ਧਰਨਾ ਲਾਉਣ ਨਾਲ ਜਿੰਨਾ ਵੀ ਨੁਕਸਾਨ ਹੋਊਗਾ ਜਿੰਨੀਆਂ ਮੌਤਾਂ ਹੋਣਗੀਆਂ ਤੈਨੂੰ ਸਖਤ ਸਜ਼ਾ ਹੋਊਗੀ। ਆਪਣਾ ਹੱਕ ਮੰਗਣ ਲਈ ਇੰਨੀਆਂ ਸਜ਼ਾਵਾਂ। ਹਾਂ ਤੇ ਜਦੋਂ ਆਪਣਾ ਹੱਕ ਮੰਗਦੇ ਸਾਧੂ ਸਿੰਘ ਦੇ ਪੁਲਿਸ ਵਾਲੇ ਗੋਲੀ ਮਾਰਦੇ ਉਹਨਾਂ ਨੂੰ ਕਿਉਂ ਨਹੀਂ ਕਰਦੇ ਸਜ਼ਾ? ਉਹ ਸਰਕਾਰ ਦੇ ਬੰਦੇ ਹੋ ਜਾ ਤਾਂ ਕਰਕੇ। ਅਸੀਂ ਕੌਣ ਹੁੰਨੇ ਆ ਫਿਰ? ਕੀੜੇ ਮਕੌੜੇ। ਜ਼ਬਾਨ ਸੰਭਾਲ ਕੇ ਗੱਲ ਕਰੀ। ਅਸੀਂ ਦੇਸ਼ ਦੇ ਅੰਨਦਾਤਾ ਹੁੰਨੇ ਆ। ਸਾਨੂੰ ਕਿਸੇ ਵੀ ਸਰਕਾਰੀ ਥਾਂ ਤੇ ਧਰਨਾ ਲਾਉਣ ਦਾ ਪੂਰਾ ਹੱਕ ਹੈ। ਸਰਕਾਰੀ ਥਾਂ ਉਹ ਜਿਹੜੀ ਸਰਕਾਰ ਦੀਆਂ ਤੂੰ ਗੱਲਾਂ ਕਰਦਾ ਨਾ ਦੁਬਾਰਾ ਨਿਕਲਿਆ ਪਿਆ ਤੇਰੀ ਸਰਕਾਰ ਦਾ ਦੁਬਾਰਾ ਵਿਕੀ ਪਈਆ ਸਰਕਾਰ ਸਾਡੀਆਂ ਕੰਪਨੀਆਂ ਹੱਥੋਂ। ਹਰ ਸੜਕ ਕਾਗਜ਼ਾਂ ਦੀ ਸਰਕਾਰੀ ਬੋਲਦੀ ਹੈ। ਇਹਨੂੰ ਬਣਾਉਣ ਦੀ ਨਵਿਆਉਣ ਦੀ ਇੱਥੋਂ ਤੱਕ ਟੋਲ ਟੈਕਸ ਲੈਣ ਦੀ ਜ਼ਿੰਮੇਵਾਰੀ ਪਾਵਰ ਸਾਡੀ ਕੰਪਨੀ ਕੋਲ ਹੈ। ਜਿੱਥੇ ਮਰਜ਼ੀ ਜਾ ਕੇ ਕੰਜਰ ਕਿੱਤਾ ਕਰਨਾ ਸੜਕ ਤੇ ਨਹੀਂ ਖੁੰਦਣਾ ਚਾਹੀਦਾ। ਹੱਟ ਤੋਂ ਚਲੋ ਆਪਣੇ ਹੱਡੀ ਸਿੱਧੇ ਬੋਦੇ ਅੰਨੀ ਉਗਾਉਂਦੇ ਧਰਤੀ ਮਾਂ ਨੂੰ ਸਾਡੇ ਕੋਲੋਂ ਕਿਉਂ ਨੇ ਖੋਣਾ ਚਾਹੁੰਦੇ। ਜਿੱਥੇ ਵੀ ਫਰਿਆਦ ਸੁਣਾਈਏ ਮਿਲਦੀ ਚੋਟ ਕਰਾਨੀ। ਇਹ ਬਾਜੀ ਟਿਕੜਮ ਬਾਜਾਂਦੀ ਕਿਤੇ ਪੈ ਨਾ ਜਾਵੇ ਭਾਰੀ। ਇਹ ਆਮ ਬੰਦਾ ਕੀੜੇ ਮਕੌੜਿਆਂ ਵਰਗਾ ਨਹੀਂ ਹੈ। ਕੀੜੇ ਮਕੌੜਿਆਂ ਦੇ ਆਪਣੇ ਘਰ ਹੁੰਦੇ ਆ। ਉਹਨਾਂ ਨੂੰ ਦਾਣਾ ਚੁਗਣ ਦੀ ਆਜ਼ਾਦੀ ਹੈ। ਉਹ ਜਿੱਥੇ ਚਾਹਣ ਜਾ ਸਕਦੇ ਆ।
ਕਿ ਆਮ ਬੰਦਾ ਏਦਾਂ ਕਰ ਸਕਦਾ ਹੈ? ਆਮ ਬੰਦਾ ਤਾਂ ਗੁੰਗਿਆਂ ਦਾ ਟੋਲਾ ਬਣ ਕੇ ਰਹਿ ਗਿਆ ਹੈ। ਪਰ ਮੈਂ ਬੁੱਧਲ ਤੇ ਨਕਾਰਾ ਨਹੀਂ ਆ। ਮੈਂ ਕਦੇ ਵੀ ਆਪਣੇ ਖੇਤ ਉਹਨਾਂ ਦਲਾਲਾਂ ਦੇ ਹੱਥ ਨਹੀਂ ਆਉਣ ਦਿਆਂਗਾ। ਇਹ ਉਹੀ ਖੇਤ ਨੇ ਜਿੱਥੇ ਮੇਰਾ ਬਾਪੂ ਮੈਨੂੰ ਕੰਧੇੜੇ ਤੇ ਚੜਾ ਕੇ ਪੂਰੀ ਫਸਲ ਦਾ ਗੇੜਾ ਦੇ ਆਉਂਦਾ ਸੀ। ਟਿੰਡਿਆਂ ਦੇ ਭਰੇ ਨਾਮੇ ਵੱਲ ਦੇਖ ਕੇ ਬਾਪੂ ਬਾਹਾਂ ਮਾਰ ਕੇ ਕਹਿੰਦਾ, ਉਹ ਪੁੱਤਰਾ ਦੇਖ, ਉਹ ਦੇਖ ਨਰਮਾ ਠੱਠਾ ਮਾਰਦਾ। ਉਹ ਕਹਿੰਦਾ ਬੰਦਾ ਮਾਰ, ਮੈਂ ਛੜਾਉਂ। ਸਾਡੇ ਪਿੱਪਲ ਦੇ ਡਾਣੇ ਤੇ ਪੀਂਗ ਪੈਂਦੀ ਹੁੰਦੀ ਸੀ। ਅਸੀਂ ਉਸ ਪੀਂਗ ਦੇ ਖੁਲਾਰੇ ਰਹਿੰਦੇ ਰਹਿੰਦੇ। ਸਾਉਣ ਦੇ ਮਹੀਨੇ ਜਦੋਂ ਕਾਲੀਆਂ ਘਟਾਵਾਂ ਚੜ ਕੇ ਆਉਂਦੀਆਂ, ਅਸੀਂ ਗੁੱਡਾ ਗੁੱਡੀ ਹੋ ਕੇ ਉੱਚੀ ਉੱਚੀ ਰੌਲਾ ਪਾਉਂਦੇ, ਬਦਲਾ ਬਦਲਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ, ਟੱਟੂ ਕਰਨ ਗੜੇ ਗੜੇ। ਵਾਹੇ ਵਾਹੇ ਖੇਤਾਂ ਤੇ ਜਦੋਂ ਕਲੀਆਂ ਪੈਂਦੀਆਂ ਸੀ ਨਾ, ਸਾਡੇ ਖੇਤ ਦੀ ਮਿੱਟੀ ਚੋਂ ਕਮਾਲ ਦੀ ਖੁਸ਼ਬੂ ਆਉਂਦੀ। ਓਹੋ ਉਸੇ ਖੁਸ਼ਬੂ ਚ ਮਸਤ ਹੋਇਆ ਮੈਂ ਖੇਤ ਦੀਆਂ ਵੱਟਾਂ ਤੇ ਦੌੜਦਾ, ਨੱਚਦਾ, ਟੱਪਦਾ ਤੇ ਗਾਉਂਦਾ। ਠੰਡੀਆਂ ਹਵਾਵਾਂ ਵਿੱਚ ਮਿੱਠੀ ਮਿੱਠੀ ਮਹਿਕ ਵੇ, ਪਿੱਪਲਾਂ ਤੇ ਟਾਹਣੀਆਂ ਤੇ ਪੰਛੀ ਨੇ ਟਹਿਕ ਵੇ। ਦਿਲਾਂ ਦੇ ਅਜਾਨੀਆਂ ਤੂੰ ਖੇਤ ਸਾਡੇ ਆਈ ਵੇ, ਲੈ ਕੇ ਜਾਈ ਛੱਲੀਆਂ ਤੂੰ ਸਾਥੋਂ ਚਾਈ ਚਾਈ ਵੇ, ਲੈ ਕੇ ਜਾਈ ਛੱਲੀਆਂ ਤੂੰ ਸਾਥੋਂ ਚਾਈ ਚਾਈ ਵੇ, ਲੈ ਕੇ ਜਾਈ ਛੱਲੀਆਂ। ਹੁਣ ਤੁਸੀਂ ਦੱਸੋ, ਉਹ ਖੇਤ ਆਪਣੇ ਆਪ ਤੋਂ ਕਿਵੇਂ ਅਲੱਗ ਕਰਦੇ ਆ ਜਿੱਥੇ ਮੇਰੇ ਪਿਓ ਦਾਦੇ ਪੜਦਾਦੇ ਪਤਾ ਨਹੀਂ ਕਿੰਨੀਆਂ ਪੁਸ਼ਤਾਂ ਦੀਆਂ ਰੂਹਾਂ ਵਸਦੀਆਂ ਨੇ? ਨਹੀਂ, ਮੈਂ ਉਸੇ ਸੜਕ ਦੇ ਰੁੱਖ ਤੇ ਚੜ ਕੇ ਧਰਨਾ ਲਾਤਾ, ਮੇਰੇ ਹੱਕ ਇੱਥੇ ਰੱਖ। ਅਨੀਏ ਬੋਲੀਏ ਕਹਾਣੀਆਂ ਹਕੂਮਤੇ, ਮੇਰੇ ਹੱਕ ਇੱਥੇ ਰੱਖ। ਓਏ ਭਾਈ ਬਾਲੀ ਗਰਮੀ ਆ ਯਾਰ। ਓਏ ਪੁੱਛਣਾ ਕਲਾ ਰੱਖਿਆ ਯਾਰ। ਓਏ ਇੱਕ ਤਾਂ ਬਾਲਾ ਬੁਰਾ ਹਾਲ ਆ ਯਾਰ। ਆਇਆ ਆਪਾਂ ਬੈਠੇ ਹੀ 10 ਮਿੰਟ। ਬਹਿ ਜਾ ਯਾਰ। ਉਹ ਨਾਲੇ ਤਾਂ ਬਹਿਆ ਕਰ ਤੂੰ। ਹੋਰ ਉਸ ਥੱਲੇ ਬਹਿ ਜਾ। ਆ ਜਾ। ਇੰਨੀ ਰਾਖੀ ਕਰੀ ਦੀ ਆ ਨਾ, ਲੋਕ ਰੁੱਖ ਵੱਢਣੋਂ ਫੇਰ ਨਹੀਂ ਹਟਦੇ, ਪਤਾ ਨਹੀਂ ਕਦੋਂ ਵੱਢ ਕੇ ਲੈ ਜਾਂਦੇ ਨੇ। ਭਾਈ ਜੇ ਮੈਨੂੰ ਪਤਾ ਲੱਗ ਜੇ ਨਾ, ਛੱਡਦਾ ਮੈਂ ਵੀ ਨਹੀਂ। ਕੋਈ ਟੱਕਰੇ ਤਾਂ ਸਹੀ ਬਣਾਵਾਂਗੇ। ਉਹ ਚਿੱਬਿਆ। ਹਾਂ ਓਹ ਵੇਖ ਓਏ। ਕੀ ਆ ਓਏ? ਓਏ ਉਹ ਵੇਖ ਯਾਰ। ਹੈ ਕਾਟੋ ਬੈਠੀ ਐ। ਉਹ ਕਾਟੋ ਦੇ ਮਾਰ ਯਾਰ ਗੋਲੀ। ਉਹ ਵੇਖ ਟਾਲੀ ਤੇ ਬੱਚਾ ਕਾਟੋ ਦਾ। ਉਹ ਕਿੱਥੇ? ਓਏ ਆ ਉਹ ਦੇਖ ਆਲੇ ਕੋਲੇ। ਉਹ ਗੱਲ ਤਾਂ ਤੇਰੀ ਪੱਕੀ ਆ ਓਏ। ਮੈਨੂੰ ਤਾਂ ਐਂ ਲੱਗਦਾ ਜਿਵੇਂ ਚੋਰ ਹੈ, ਚੋਰ। ਚੋਰ ਹੈ, ਲੱਕੜਾਂ ਵੱਢਣ ਆਇਆ। ਚੱਲ ਮੂਰੇ ਲੱਗ ਤੂੰ। ਚੱਲ ਮੈਨੂੰ ਮੂਰੇ ਲਾ ਲਿਆ, ਮੂਰੇ ਲੱਗਾ। ਚੱਲਦਾ ਕਿਉਂ ਪਿਆ? ਚੱਲ 1000 ਰੁਪਇਆ ਤਨਖਾਹ ਵਾਧਾ ਤੇਰੀ। ਚਲ ਓਏ ਹਲੇ ਤੇਰੇ ਓਏ ਸਾਹਿਬ ਉਹ ਗੱਲ ਕਰੋ। ਤੂੰ ਡਰਦਾ ਕਿਉਂ ਯਾਰ? ਮੈਂ ਨਾਲ ਆ ਤੇਰੇ। ਹਲੇ ਤਾਂ ਨਹੀਂ ਉਤਰਦਾ। ਹੁਕਮ ਦੀ ਤੋਹੀਨ। ਕਹਿੰਦਾ ਨਹੀਂ ਉਤਰਦਾ। ਥੱਲੇ ਉਤਰ ਓਏ। ਨਹੀਂ ਉਤਰਦਾ। ਆਏ ਕਰ ਪਹਾੜਾ ਚੱਕ। ਆਏ ਤਾਂ ਜਣਾ ਖਣਾ ਕੇ ਬਹਿ ਜਾ ਕਿ ਦਰਖਤਾਂ ਤੇ। ਮੇਰੀ ਗੱਲ ਸੁਣ, ਮੈਂ ਹਰਿਆਣਾ ਡਾਣਾ ਨਾਲ ਦੀ ਨਾਲ ਗਲ ਚ ਮਾਰੀ, ਠੀਕ ਆ? ਖਲਾ ਦੇ। ਗਲ ਚ ਮਾਰੀ, ਗਲ ਚ। ਠੀਕ ਆ। ਠੀਕ ਆ? ਠੀਕ ਹੈ ਜੀ। ਕੌਲ ਨਾ ਕਰੀ, ਗਲ ਚ ਮਾਰੀ। ਉਹ ਥੱਲੇ ਉਤਰ। ਉਤਰ ਓਏ। ਉਤਰ ਗਿਆ। ਦਰਖਤ ਤੇ ਚੜ੍ਹਿਆ ਬੈਠਾ ਓਏ। ਚੜਿਆ ਬੈਠਾ। ਕਿਉਂ ਪਤਾ ਜਿਹੜੇ ਰਸਤੇ ਤੇ ਚੜਿਆ ਬੈਠਾ ਨਾ, ਇਹ ਸਾਡੇ ਜੰਗਲਾਤ ਮਹਿਕਮੇ ਦੇ ਅੰਦਰ ਆਉਂਦਾ। ਪਤਾ
ਜੰਗਲਾਤ ਮਹਿਕਮੇ ਦੇ ਕਾਨੂੰਨ ਕਿੰਨੇ ਕੱਪੇ ਹੁੰਦੇ ਨੇ? ਜਿੰਨੇ ਮਰਜ਼ੀ ਕੱਬੇ ਹੋਣ ਮੈਥੋਂ ਕਰਕੇ ਕੱਬੇ ਨਹੀਂ ਹੋ ਸਕਦੇ। ਨਾ ਤੂੰ ਕੀ ਛਾਇਆ ਓਏ ਦੇਖਦਾ ਤਾਂ ਹੁੰਦਾ ਮੈਂ ਆ ਕੀ ਬਣਾਇਆ? ਪਤਾ ਨਹੀਂ ਡੇਢ ਸਾਲ ਦੀ ਤਪਦੀ ਗਰਮੀ ਚ ਖੂਨ ਪਸੀਨਾ ਇੱਕ ਕਰਕੇ ਇਸ ਧਰਤੀ ਮਾਂ ਨੂੰ ਸੰਜਦੇ ਆ, ਉਸ ਜਵਾਨਾਂ ਗਾ ਕੇ ਪੂਰੇ ਦੇਸ਼ ਦਾ ਢਿੱਡ ਭਰਦੇ ਆ। ਉਹ ਕਰੋਨਾ ਦੇ ਢਿੱਡ ਚ ਮਾਰ ਜਾ ਕੇ ਟੱਕਰ ਇੱਥੇ ਕੀ ਬੇੜੇ ਬੇਲਦਾ ਯਾਰ ਧਰਨੇ ਤੇ ਬੈਠਾ ਹੋਇਆ ਯਾਰ ਮੈਂ ਤਾਂ। ਉਹ ਧਰਨੇ ਤੇ ਬੈਠਾ ਸੀ ਕਿ ਧਰਨੇ ਤੇ ਚੜਿਆ ਹੋਇਆ ਸੀ? ਉਹ ਬਾਈ ਤੂੰ ਕਦੇ ਇਤਿਹਾਸ ਦੇ ਵਿੱਚ ਸੁਣਿਆ ਵੀ ਕੋਈ ਬੰਦਾ ਰੁੱਖ ਦੀ ਟੀਸੀ ਤੇ ਚੜ ਕੇ ਧਰਨਾ ਲਾਉਂਦਾ ਹੋਵੇ? ਇਤਿਹਾਸ ਸਦਾ ਰਚੇ ਜਾਂਦੇ ਹੁੰਦੇ ਆ। ਉਹ ਬਈ ਇਤਿਹਾਸ ਰਚਨਾ ਨਾ ਜਾ ਕੇ ਕਿਤੇ ਹੋਰ ਰਚਣਾ ਯਾਰ, ਇੱਥੇ ਸਾਡੀ ਡਿਊਟੀ ਆ। ਮੈਂ ਨਹੀਂ ਜਾਂਦਾ ਯਾਰ। ਮੈਨੂੰ ਪਤਾ ਰੁੱਖਾਂ ਦੀ ਗੈਰ ਕਾਨੂੰਨੀ ਕਟਾਈ ਦੇ ਤਹਿਤ ਤੈਨੂੰ ਸਖਤ ਤੋਂ ਸਖਤ ਸਜ਼ਾ ਹੋ ਸਕਦੀ ਹੈ। ਸਜ਼ਾ ਤਾਂ ਹੋਗੀ ਨਾ ਅਜੇ ਤੁਹਾਡੇ ਜੰਗਲਾਤ ਮਹਿਕਮੇ ਦੇ ਰੁੱਖ ਕੱਟੇ ਹੋਣਗੇ। ਕੀ ਪਤਾ ਤੂੰ ਇਸੇ ਤਾਕ 'ਚ ਬੈਠਾ ਹੋਵੇਂ ਵੀ ਕਦੋਂ ਮੌਕਾ ਮਿਲੇ ਤੇ ਕਦੋਂ ਰੁੱਖ ਕੱਟਾਂ। ਯਾਰ ਤੁਸੀਂ ਸਾਬਤ ਕਿਵੇਂ ਕਰੋਗੇ? ਨਾ ਮੇਰੇ ਕੋਲ ਕਹਾਣੀ ਨਾ ਕੋਈ ਯਾਰੀ। ਦੰਦ ਤਾਂ ਹੈਗੇ ਨਾ ਜਿਹੜਾ ਕਿ ਵਰਪਾ ਗੰਗਾ ਰੁੱਖ ਦਾ ਆਉਣਾ ਜੇ। ਯਾਰ 100 ਹੱਥ ਰੱਸਾ ਸਿਰੇ ਤੇ ਗੰਢ ਧਰਨਾ ਤਾਂ ਬਈ ਇੱਥੇ ਲੋ। ਜਾਂਦਾ ਨਹੀਂ ਫਿਰ ਤੂੰ? ਨਹੀਂ ਜਾਂਦਾ। ਨਾ ਤੂੰ ਹਾਲਦਾ ਨਹੀਂ ਇੱਥੋਂ ਹੈ? ਨਹੀਂ ਹਲਦਾ। ਦੇਖ ਲਾ ਬੜਾ ਦੇਖ ਲਿਆ। ਆਖਰੀ ਵਾਰ ਕਹਿੰਦੇ ਆ ਦੇਖੀ ਜਾਓ ਫਿਰ। ਦੇਖ ਲਾ ਸੋਚ ਲਾ ਫੜਾ ਸੋਚ ਲਿਆ। ਜਾਂਦਾ ਨਹੀਂ ਇੱਥੋਂ। ਨਹੀਂ ਜਾਂਦਾ ਯਾਰ। ਤੇਰੇ ਮੂਰੇ ਹੱਥ ਧਰਨਾ ਚੱਕ ਲੈ। ਉਹ ਨਹੀਂ ਤਾਂ ਸਾਡੀ ਨੌਕਰੀ ਤੇ ਗੱਲ ਕਰ ਜੂ। ਕਿਉਂ ਹੁਣ ਇਹ ਨਾ ਬੋਤੀ ਬੋਲ ਹੁੰਦੇ ਉਹ ਯਾਰ ਤੁਹਾਡੀਆਂ ਸ਼ਕਲਾਂ ਦੇਖ ਕੇ ਮੈਨੂੰ ਬੜਾ ਤਰਸ ਆਉਂਦਾ। ਹਾਂ ਫਿਰ ਮੈਂ ਸੋਚਦਾ ਧਰਨਾ ਹਾਂ ਇੱਥੇ ਲੋ। ਉਹ ਮੈਂ ਕੋ ਕਰੋ ਕੁਛ। ਉਹ ਮੈਂ ਕੀ ਕਰਾਂ ਯਾਰ ਇਹਦਾ? ਲਾ ਕੋਈ ਸਕੀਮ। ਮੈਂ ਕਿੱਥੋਂ ਲਾਵਾਂ ਸਕੀਮ? ਓਏ ਸਕੀਮ ਉਹ ਤੈਂ ਕਦੇ T20, 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 84 ਐਕਟ ਬਾਰੇ ਸੁਣਿਆ? ਨਾ ਜੀ। ਆ ਤਾਂ ਮਾਰੇ ਭਾਈ ਇਹ ਤਾਂ ਦਵਾਈ ਮਾਰਨਾ ਮਗਾ ਰਗੜਦਾ ਹੁਣ ਨਾ ਉਹਦਾ ਕੀ? ਕਿੱਡੇ ਵਕੀਲ ਕਰ ਲਾ ਤੂੰ ਛੋਟੀ ਨਹੀਂ ਸਕਦਾ ਇਹਦਾ ਯਾਰ। ਫਾਂਸੀ ਹੁਕਮ ਤਾਂ ਗੱਲ ਕੀ ਹੋਈ? ਕਿਆ ਓਏ ਦੱਸ ਦੀਏ। ਨਹੀਂ ਦੱਸਣਾ ਭਾਈ। ਯਾਰ ਦੱਸ ਦੇ। ਓ ਗਰੀਬ ਬੰਦਾ ਦੱਸਦੇ ਨੇ ਓਏ। ਯਾਰ ਨਹੀਂ ਦੱਸਣਾ। ਇਨਸਾਨੀਅਤ ਤੇ ਨਾਂ ਦੀ ਦੱਸਦੇ ਨੇ ਵਿਚਾਰੇ ਨੂੰ। ਤੇਰਾ ਚਾਚਾ ਲੱਗਾ ਯਾਰ ਇਹ ਮਾਰਦਾ ਮਾਰਦਾ ਆਪੇ ਦੱਸ ਦੇ। ਬਾਈ ਯਾਰ ਵੀਰੇ ਤੂੰ ਦੱਸ ਦੇ। ਲੈ ਸੁਣ ਫਿਰ ਇਹ ਦੁਨੀਆ ਦਾ ਸਭ ਤੋਂ ਖਤਰਨਾਕ ਤੇ ਦਰਦਮਾਊ ਕਾਨੂੰਨ ਹੈ। ਇੰਨੀਆਂ ਮੌਤਾਂ ਤਾਂ ਵਿਸ਼ਵ ਯੁੱਧਾਂ 'ਚ ਵੀ ਹੋਈਆਂ ਜਿੰਨੀਆਂ ਇਸ ਕਾਨੂੰਨ ਨਾਲ ਹੋਣ ਦੀ ਸੰਭਾਵਨਾ ਹੈ। ਬਾਈ ਹੈ ਕੀ ਇਸ ਕਾਨੂੰਨ ਚ? ਪੈਸਾ, ਮਾਰਕੀਟ ਤੇ ਤਾਕਤ। ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਇਹਨਾਂ ਸਭ ਚੀਜ਼ਾਂ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ। ਸਜ਼ਾ ਬਾਈ ਉਹ ਤਾਂ ਠੀਕ ਹੈ ਯਾਰ ਮੇਰਾ ਇਹਦੇ ਨਾਲ ਸੰਬੰਧ ਕੀ ਹੋਇਆ? ਮੇਰੀ ਇੱਕ ਗੱਲ ਦਾ ਜਵਾਬ ਦੇ। ਜੇ ਮੈਂ ਆ ਬੰਦਾ ਤੇਰੇ ਮੋਢਿਆਂ ਤੇ ਚੜਾਦਾ ਤੇਰੇ ਨਾਲ ਕੀ ਬਣੂ? ਮੈਂ ਤਾਂ ਮਾਰਿਆ ਜਾਊਂ। ਓਏ ਆਈ ਤੇਰੇ ਰੁੱਖਾਂ ਤੇ ਚੜਨ ਦੇ ਨਾਲ ਉਹ ਰੁੱਖ ਮਾਰੇ ਜਾਂਦੇ ਨੇ। ਉਹ ਯਾਰ ਕਮਾਲ ਕਰਦੇ ਹੋ। ਰੁੱਖ ਤਾਂ ਯਾਰ ਵੱਡੇ ਹੁੰਦੇ ਆ। ਵੱਡਾ ਦਾ ਪ੍ਰਧਾਨ ਮੰਤਰੀ ਵੀ ਹੁੰਦਾ। ਜੇ ਉਹਦੇ ਤੇ ਹੱਥ ਚੜਾ ਦੀ ਉਹਦਾ ਕੀ ਬਣੂ? ਯਾਰ ਪ੍ਰਧਾਨ ਮੰਤਰੀ ਦਾ ਛੋਟਾ ਹੁੰਦਾ ਓਏ ਯਾਰ। ਓਏ ਓਏ ਸਾਹਿਬ ਐਡੇ ਵੱਡੇ ਦੇਸ਼ ਦੇ ਐਡੇ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਨੂੰ ਛੋਟਾ ਪਿੱਛਾ ਨਾ ਕਹਿ ਰਿਹਾ ਭਾਈ। ਉਹ ਤਾਂ ਪ੍ਰਧਾਨ ਮੰਤਰੀ ਬਹੁਤ ਵੱਡੀ ਚੀਜ਼ ਹੁੰਦੀ ਆ। ਆ ਹੁੰਦਾ ਕਿਹਦੇ ਛੋਟਾ ਹੁੰਦਾ ਹੈ? ਮਤਲਬ ਉਹ ਵੱਡਾ ਹੁੰਦਾ ਐ ਛੋਟਾ ਹੁੰਦਾ। ਐ ਕਿਵੇਂ ਛੋਟਾ ਹੁੰਦਾ ਹੈ? ਪਤਾ ਨਹੀਂ ਬਾਈ। ਜੇ ਤੈਨੂੰ ਇਹੀ ਨਹੀਂ ਪਤਾ ਤੂੰ ਰੁੱਖ ਤੇ ਚੜ ਕੇ ਧਰਨਾ ਕਿਵੇਂ ਲਾਤਾ? ਜੇ ਇਹ ਤੇਰੇ ਵਰਗੇ ਬੰਦੇ ਰੁੱਖਾਂ ਤੇ ਚੜ ਕੇ ਧਰਨੇ ਲਾਉਣ ਲੱਗੇ ਰੁੱਖ ਤਾਂ ਗਏ ਪ੍ਰਦੂਸ਼ਣ ਵਧੂ ਤੇ ਪ੍ਰਦੂਸ਼ਣ ਚ ਵਾਧਾ ਕਰਨ ਦੇ ਦੋ ਤੈਨੂੰ TT2 ਐਕਟ ਦੇ ਤਹਿਤ ਸਖਤ ਤੋਂ ਸਖਤ ਸਜ਼ਾ ਹੋਊਗੀ। ਸਜ਼ਾ। ਬਾਈ ਮੈਂ ਕੱਲਾ ਪ੍ਰਦੂਸ਼ਣ ਵਧਾਉਣਾ। ਹਾਂ ਹੋਰ ਕੌਣ? ਸਾਡੇ ਪਾਟਪੁੱਤਰ ਸਤਲੁਜ ਦਰਿਆ 'ਚ ਉਹ ਸਾਰੀਆਂ ਫੈਕਟਰੀਆਂ ਦਾ ਗੰਦਾ ਪਾਣੀ ਸੁੱਟਦੇ ਆ। ਉਹੀ ਗੰਦਾ ਪਾਣੀ ਪੀ ਪੀ ਕੇ ਪੂਰਾ ਮਾਲਵਾ ਕੈਂਸਰ ਦਾ ਮਰੀਜ਼ ਹੋ ਰਿਹਾ। ਉਹ ਨਹੀਂ ਬੁਲਾਉਂਦੇ ਪ੍ਰਦੂਸ਼ਣ। ਉਹਨਾਂ ਨੂੰ ਕਰੋ ਸਜ਼ਾ ਜਾ ਕੇ। ਓਏ ਹੌਲੀ ਬੋਲ ਹੌਲੀ। ਸਾਡੇ ਵਾਰੀ ਕਹਿੰਦੇ ਯਾਰ ਹੌਲੀ ਬੋਲੋ। ਸਾਨੂੰ ਵੀ ਮਰਵਾਏਗਾ। ਓਏ ਉਹ ਵੱਡੇ ਬੰਦੇ ਹੁੰਦੇ ਨੇ ਉਹਨਾਂ ਦੇ ਮੰਤਰੀਆਂ ਨਾਲ ਸਿੱਧੇ ਸੰਬੰਧ ਹੁੰਦੇ ਨੇ। ਸਿੱਧੇ ਅੱਛਾ ਮੰਤਰੀਆਂ ਨੂੰ ਫੰਡ ਤਾਂ ਹੋਈ ਜਾਂਦੇ ਨੇ ਵੋਟਾਂ ਵੇਲੇ। ਵੋਟਾਂ ਪਾ ਕੇ ਮੰਤਰੀ ਅਸੀਂ ਬਣਾਈਏ ਤੇ ਸਬੰਧ ਕਿਸੇ ਹੋਰ ਨਾਲ। ਉਹ ਸਿਰ ਤੇ ਵੀ ਤੁਸੀਂ ਚੜਾਇਆ ਉਹਨਾਂ ਨੂੰ। ਪਹਿਲਾਂ ਤਾਂ ਇੱਕ ਬੋਤਲ ਪਿੱਛੇ ਵੋਟ ਵੇਚ ਦਿੰਦੇ ਹੋ। ਸਿੱਧੀ ਜੀ ਗੱਲ ਆ ਯਾਰ ਕੰਨ ਖੋਲ ਕੇ ਸੁਣ ਲਾ।
ਪੰਜਾਬ ਸਰਕਾਰ ਦਾ ਇੱਕ ਨਵਾਂ ਕਾਨੂੰਨ ਆ ਰਿਹਾ, ਨਿੱਜੀ ਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਬਿੱਲ। ਇਸ ਤੋਂ ਪਹਿਲਾਂ ਕਿ ਉਹ ਕਾਨੂੰਨ ਇੱਥੇ ਪਹੁੰਚੇ, ਦਫਾ ਹੋ ਜਾ ਇੱਥੋਂ, ਨਹੀਂ ਤਾਂ ਜ਼ਮੀਨ ਤੇਰੀ ਕੁੱਕ ਕਰਾਂਗੇ ਤੇ ਡਾਂਗਾ ਪੈਣਗੀਆਂ ਤੇਰੇ, ਤੇ ਜਿਹੜਾ ਨੁਕਸਾਨ ਹੋਊਗਾ ਨਾ ਸਾਰੀ ਭਰਪਾਈ ਤੇਰੇ ਤੋਂ ਕਰਾਵਾਂਗੇ। ਦਫਾ ਹੋ ਜਾ ਇੱਥੋਂ। ਉਹ ਭਾਈ ਜਿਹੜਾ ਮੇਰਾ ਨੁਕਸਾਨ ਹੋਊਗਾ ਉਹਦੀ ਭਰਪਾਈ ਕੌਣ ਕਰੂਗਾ? ਜਿਸ ਰੁੱਖ ਦੀ ਮੁਕਲ 'ਚ ਬਹਿ ਕੇ ਪੰਛੀ ਦੁਖੜੇ ਹੋਏ, ਮੰਜ਼ਲ ਦੇ ਵੱਲ ਕਿੰਜ ਵੱਧ ਜਾਈਏ, ਥਾਂ ਥਾਂ ਪੁੱਟੇ ਹੋਏ, ਕਿਵੇਂ ਆਵਾਜ਼ ਬੁਲੰਦ ਕਰੀਏ, ਥਾਂ ਥਾਂ ਖਜਲੀ ਪਵਾਰੀ, ਇਹ ਬਾਜੀ ਤਿਕੜਾਂ ਜਾਂਦੀ ਕਿਸੇ ਪੈ ਨਾ ਜਾਵੇ ਪਾਰੀ, ਇਹ ਬਾਜੀ ਮਾਰ ਕੇ ਭਾਈ ਜਦੋਂ ਮੇਰਾ ਬੱਸ ਨਹੀਂ ਚੱਲਿਆ, ਮੈਨੂੰ ਐਂ ਲੱਗਾ ਵੀ ਹੋਰ ਤਾਂ ਥਾਂ ਨਹੀਂ ਲੱਭਦੀ। ਇੱਕ ਚਿੜੀਆ ਘਰ ਬਚਿਆ ਸੀ, ਮੈਂ ਚਿੜੀਆ ਘਰ ਦੇ ਵਿਚਾਲੇ ਜਾ ਕੇ ਧਰਨਾ ਲਾ, ਮੇਰੇ ਹੱਕ ਇੱਥੇ ਰੱਖ, ਅੰਨੀਆਂ ਗੋਲੀਆਂ ਕਹਾਣੀਆਂ ਹੁਕਮ ਤੇ ਮੇਰੇ ਹੱਕ ਇੱਥੇ ਰੱਖ। ਹਾਂ ਭਾਈ ਪਹੁੰਚ ਜੀ ਕੰਮ ਤੇ, ਠੀਕ ਹੈ? ਇਹ ਨੌਕਰੀ ਤੋਂ ਕੱਢ ਕੇ ਬਾਹਰ ਮਾਰਨਾ ਮੈਂ, ਚੰਗਾ ਚੰਗਾ। ਬਾਹਰ ਨਹੀਂ ਹੈਗੇ ਮੂੰਹ ਚ, ਇੱਧਰ ਧਰਨੇ ਤੇ ਬੈਠਾ। ਸਾਹਮਣੇ ਤੇ ਬੈਠਾ। ਆ ਗਿਆ ਪੱਤਰ, ਪਰਮਿਸ਼ਨ ਕਿਤੋਂ ਲਈ ਹੈ? ਕਦੀ ਆ ਗਿਆ? ਆਜ਼ਾਦੀ ਹੈ ਧਰਨਾ ਲਾਉਣ ਦੀ। ਅੱਛਾ, ਪੰਛੀਆਂ ਦੇ ਹਿੱਸਾ ਦਾ ਕਾਨੂੰਨ ਪਤਾ ਤੈਨੂੰ? ਯਾਰ ਕਾਨੂੰਨ ਤਾਂ ਹੀ ਲਾਗੂ ਹੋਊਗਾ ਨਾ। ਅੱਜ ਜਿਵੇਂ ਤੁਹਾਡੇ ਆ ਚਿੜੀਆ ਘਰ ਦੇ ਪੰਛੀਆਂ ਤੇ ਹਿੰਸਾ ਕੀਤੀ ਹੋਊਗੀ। ਅਰੇ ਹਿੰਸਾ ਨਹੀਂ ਕੀਤੀ। ਕਦੋਂ ਕੀਤੀ ਆ? ਅਰੇ ਹਿੰਸਾ ਕੀਤੀ ਨਹੀਂ ਕੀਤੀ। ਹਿੰਸਾ ਹੀ ਨਹੀਂ ਕੀਤੀ। ਉਹ ਕਦੋਂ ਕੀਤੀ ਆ? ਜਦ ਤੂੰ ਧਰਨਾ ਲਾ ਰਿਹਾ ਸੀ, ਹੁਣੇ ਕੀ ਕਹਿ ਰਿਹਾ ਸੀ? ਮੇਰੇ ਹੱਕ ਇੱਥੇ ਰੱਖ। ਆਹੀ ਤੇਰੀ ਮੋਟੀ ਆਵਾਜ਼ ਸਾਡੇ ਪੰਛੀਆਂ ਦੇ ਕੰਨਾਂ 'ਚ ਜਾ ਕੇ ਪੈਂਦੀ ਹੈ। ਕੰਨਾਂ 'ਚ ਪੈਣ ਪੰਛੀਆਂ ਨੂੰ ਗੁੱਸਾ ਆਉਂਦਾ, ਗੁੱਸਾ ਹੈ। ਇੱਕ ਪੰਛੀ ਦੂਜੇ ਨਾਲ ਲੜਦਾ, ਦੂਜਾ ਤੀਜੇ ਨਾਲ, ਤੀਜਾ ਚੌਥੇ ਨਾਲ, ਲੜਾਈ ਵੱਧ ਜਾਂਦੀ ਹੈ, ਚਿੜੀਆ ਘਰ ਤੋਂ ਬਾਹਰ ਫੈਲ ਜਾਂਦੀ ਹੈ। ਉਹ ਲੋਕਾਂ ਦੇ ਹੱਲਾ ਬੋਲਦੇ ਨੇ ਪੰਛੀ। ਫਿਰ ਐਮਰਜੈਂਸੀ ਰਾਸ਼ਟਰਪਤੀ ਰਾਜ ਲਾਗੂ ਹੋਊਗਾ, ਤੂੰ ਦੋਸ਼ੀ ਹੋਵੇਗਾ। ਮੈਨੂੰ ਗੱਲ ਦਾ ਜਵਾਬ ਦੇਗਾ? ਆ ਚਿੜੀਆ ਘਰ ਕਦੇ ਨਹੀਂ ਬਣਾਏ ਜਾਂਦੇ? ਪੰਛੀਆਂ ਦੀ ਰਾਖੀ ਲਈ। ਪੰਛੀਆਂ ਦੀ ਰਾਖੀ ਦੀ ਲੋੜ ਕਿਉਂ ਪੈ ਗਈ? ਓਏ ਭਰਾ ਨੂੰ ਜੰਗਲ ਜੋ ਕੱਟੇ ਜਾ ਰਹੇ ਨੇ, ਦਰਖਤ ਕੱਟੇ ਜਾ ਰਹੇ ਨੇ। ਜੰਗਲ ਕਿਉਂ ਕੱਟੇ ਜਾ ਰਹੇ ਨੇ? ਦੇਸ਼ ਦੀ ਤਰੱਕੀ ਨਹੀਂ, ਡਿਵੈਲਪਮੈਂਟ ਨਹੀਂ। ਠੱਠੇ ਖੂਚ ਪਵੇ ਇਹੋ ਜੀ ਤਰੱਕੀ ਆ ਜਿਹੜੀ ਮਜਲੂਮਾਂ ਦੀਆਂ ਆ ਕਿਸਾਨਾਂ ਦੇ ਲਾਸ਼ਾਂ ਤੇ ਉਸਰਦੀ ਹੈ। ਆ ਸਾਰੀ ਗੱਲ ਦੱਸਦੀ ਮੈਨੂੰ ਮੇਰੇ ਪਿੰਡ ਦੇ ਕਾਮਰੇਡ ਨੇ। ਆ ਜਿਹੜਾ ਜੰਗਲ ਕੱਟ ਕੇ ਥਾਂ ਦੇ ਰਹੇ ਹੋ, ਜਦੋਂ ਉੱਥੇ ਜੰਗਲ ਕੱਟੇ ਜਾਣਗੇ, ਰੁੱਖ ਵੱਢੇ ਜਾਣਗੇ, ਆਲਣੇ ਉਹਨਾਂ ਦੇ ਬਰਬਾਦ ਹੋਣਗੇ, ਉੱਥੇ ਤੁਹਾਡੇ ਹਿੰਸਾ ਦਾ ਕਾਨੂੰਨ ਨਹੀਂ ਲਾਗੂ ਹੋਊਗਾ। ਸਾਨੂੰ ਪੜ੍ਹਨੇ ਪਾਉਂਦੇ ਆ, ਗੱਲਾਂ ਮਾਰਦੇ ਆ। ਨਕਸਲਿਜ਼ਮ ਮੈਨੂੰ ਤੇਰੇ ਤੋਂ ਨਕਸਲਵਾਦ ਦੀ ਬੋ ਹੁੰਦੀ ਹੈ। ਤੂੰ ਨਕਸਲਵਾਦੀ ਹੈ। ਮੈਂ ਦੇਸ਼ ਦਾ ਅੰਨਦਾਤਾ। ਤੂੰ ਨਕਸਲਵਾਦੀ ਹੈ। ਮੈਂ ਅੰਨਦਾਤਾ। ਤੂੰ ਨਕਸਲਵਾਦੀ ਹੈ। ਇੱਕ ਜ਼ਿਮੀਂਦਾਰ ਹਾਂ, ਬਸ ਮੈਨੂੰ ਇਹਨਾਂ ਪਤਾ ਇਹ ਨਕਸਲਵਾਦ ਕੀ ਬਲਾ ਹੈ। ਤੇਰੇ ਵਰਗੇ ਸਿਰਫਰੇ ਖਾਣ ਨੂੰ ਨਾ ਕੋਈ ਦਾਣੇ ਨਹੀਂ, ਜੰਗਲਾਂ ਵਿੱਚ ਹਥਿਆਰ ਚੁੱਕੀ ਫਿਰਦੇ ਆ। ਆਖੇ ਇਹ ਜੰਗਲ ਸਾਡੇ ਨੇ, ਅਸੀਂ ਨੂੰ ਕਿਸੇ ਨੂੰ ਰੋਕਣ ਨਹੀਂ ਦਿੰਦੇ। ਇਹਦਾ ਮਤਲਬ ਉਹ ਆਪਣੀ ਜ਼ਮੀਨ ਲਈ ਲੜ ਰਹੇ ਆ। ਫਿਰ ਤਾਂ ਹਰ ਉਹ ਕਿਸਾਨ ਜੋ ਜ਼ਮੀਨ ਲਈ ਲੜਦਾ ਨਕਸਲਵਾਦੀ ਹੋਇਆ। ਹਾਂ, ਨਕਸਲਵਾਦੀ ਹੋਇਆ। ਜੇ ਤੇਰੇ ਕਾਮਰੇਡ ਨੇ ਤੈਨੂੰ ਇਹਨਾਂ ਦੱਸ ਹੀ ਦਿੱਤਾ ਤਾਂ ਆਪਰੇਸ਼ਨ ਗ੍ਰੀਨ ਹੰਟ ਬਾਰੇ ਨਹੀਂ ਦੱਸਿਆ? AFSPA ਆਰਮਡ ਫੋਰਸ ਸਪੈਸ਼ਲ ਪਾਵਰ ਐਕਟ 1959 ਤੇਰੇ ਸਦਾ ਦਸਤਗਰ ਦੇ ਫਲਾਉਣ ਦੇ ਸਰਮ ਤੈਨੂੰ ਦਿਨ ਤਿਹਾੜੇ ਗੋਲੀ ਮਾਰ ਕੇ ਕਤਲ ਕੀਤਾ ਜਾ ਸਕਦਾ ਹੈ। ਕਿਵੇਂ ਆਵਾਜ਼ ਬੁਲੰਦ ਕਰੀਏ, ਥਾਂ ਥਾਂ ਖਜੜੀ ਖੁਵਾਰੀ, ਇਹ ਬਾਜੀ ਤਿਕੜਮ ਜਾਂਦੀ ਕਿਤੇ ਪੈ ਨਾ ਜਾਵੇ ਪਾਰੀ। ਯਾਦ ਹੈ ਜਦੋਂ ਵੱਡੇ ਜ਼ਿਮੀਂਦਾਰ ਛੋਟੇ ਜ਼ਿਮੀਂਦਾਰਾਂ ਤੋਂ ਆਪਣੇ ਖੇਤਾਂ 'ਚ ਧੱਕੇ ਨਾਲ ਕੰਮ ਕਰਾਉਂਦੇ ਹੁੰਦੇ ਸੀ, ਉਦੋਂ ਮੇਰਾ ਦਾਦਾ ਪਹਿਲਾ ਬੰਦਾ ਸੀ ਜਿਹਨੇ ਡਾਂਗ ਚੱਕੀ ਸੀ ਤੇ ਲੋਕਾਂ ਨੂੰ ਮੰਗਾਰ ਕੇ ਆਖਿਆ ਸੀ, ਏ ਪੰਜਾਬ ਪਰਦੇ ਬੈਠ ਕਸ਼ ਲੋਕੋ, ਇਹ ਜ਼ਮੀਨਾਂ ਸਾਡੀਆਂ, ਇਹ ਖੇਤ ਸਾਡੇ, ਫੁੱਲਾਂ ਦੀ ਰਾਖੀ ਅਸੀਂ ਕਰੀਏ, ਖੂਨ ਪਸੀਨਾ ਅਸੀਂ ਵਹਾਈਏ, ਤੇ ਮੌਤ ਕੋਈ ਹੋਰ ਹੋਵੇ ਇਹ ਸਾਨੂੰ ਬਿਲਕੁਲ ਨਹੀਂ ਮਨਜ਼ੂਰ। ਵੇਲਾ ਆ ਗਿਆ ਏ, ਚੁੱਕ ਲੋ ਡਾਂਗਾ,
ਤਾਂ ਚਾਹੇ ਮੈਨੂੰ ਸਿਰ ਵੀ ਕਿਉਂ ਨਾ ਕਟਵਾਉਣਾ ਪੈ ਜੇ। ਮਿੱਠਾ ਸਿਰ ਤਾਂ ਤੂੰ ਮੇਰਾ ਕਟਵਾਏਗਾ, ਮੇਰਾ। ਤੈਂ ਧਰਨਾ ਚੱਕਣਾ ਕਿ ਨਹੀਂ? ਚੇਅਰਮੈਨ ਸਾਹਿਬ, ਮੇਰਾ ਪਹਿਲਾਂ ਵੀ ਇਹੀ ਫੈਸਲਾ ਸੀ ਤੇ ਹੁਣ ਵੀ ਇਹੀ ਫੈਸਲਾ। ਤੈਨੂੰ ਪਤਾ ਤੇਰੇ ਫੈਸਲੇ ਕਰਕੇ ਸਾਰੇ ਪਿੰਡ ਤੇ ਭੀੜ ਪਈ ਹੋਈ ਆ। ਕੀ ਹੋਇਆ ਪਿੰਡ ਨੂੰ? ਓਏ ਬੰਦੇ ਬੁੜੀਆਂ ਕਾਮਲੇ ਹੋਈ ਜਾਂਦੇ ਨੇ। ਤੇਰੇ ਵਾਲੀ ਤਾਈ ਜਾਨੀ ਮੇਰੇ ਘਰ ਵਾਲੀ ਰਾਤ ਨੂੰ ਸਿਰ ਘਮਾਉਂਦੀ ਆ, ਕਹਿੰਦੀ ਮੇਰੇ ਚ ਤਾਂ ਸੱਜਣ ਸੌਂ ਦੀ ਰੂਹ ਦਾ ਪਾਸਾ। ਬਾਬਾ ਵੱਡੀਆਂ ਦੇ ਤਾਂ ਵੀ ਸਹੀ ਕਹੀ ਜਾਂਦਾ। ਮੈਂ ਕੀ ਕਰਾਂ ਫਿਰ? ਉਹ ਤੈਨੂੰ ਇਹੀ ਗੱਲ ਤਾਂ ਸਮਝਾਉਣਾ ਆ। ਤੇਰੇ ਇੱਥੇ ਸ਼ਮਸ਼ਾਨ ਘਰ 'ਚ ਧਰਨਾ ਲਾਉਣ ਕਰਕੇ ਸ਼ਮਸ਼ਾਨ ਘਰ ਦੀਆਂ ਰੂਹਾਂ ਬੇਚੈਨ ਹੋ ਜਾਂਦੀਆਂ ਨੇ ਤੇ ਬੇਚੈਨ ਹੋਈਆਂ ਰੂਹਾਂ ਬਾਹਰ ਨੂੰ ਫਰਾਰ ਹੋ ਜਾਂਦੀਆਂ ਨੇ। ਬਾਹਰੋਂ ਫਰਾਰ ਹੋਈਆਂ ਰੂਹਾਂ ਆਪਣੇ ਪਿੰਡ ਚ ਆ ਬੜੀ ਜਾਂਦੀਆਂ ਨੇ, ਜਿਹਦੇ ਕਰਕੇ ਬੰਦੇ ਪਾਗਲ ਹੋਈ ਜਾਂਦੇ ਨੇ ਤੇ ਬੁੜੀਆਂ ਨੂੰ ਘਸਰਾ ਹੁੰਦੀਆਂ ਨੇ ਯਾਰ। ਰਾਤ ਬਾਬਾ ਵੱਡੀਆਂ ਜੋਤਾਂ ਵਾਲੇ ਨੇ ਬਾਰ ਕੇ ਧੂਣਾ ਜਗਾ ਲਿਆ ਸੀਗਾ। ਸਾਰੀਆਂ ਦੀਆਂ ਸਾਰੀਆਂ ਭੂਤਾਂ ਸਾਹਮਣੇ ਪ੍ਰਗਟ ਹੋ ਗਈਆਂ। ਕੁੜੀਏ ਮੈਨੂੰ ਕਹਿੰਦੀ ਆ ਸੁਰਜਣ ਸਿੰਘ ਕਿੱਥੇ ਆ, ਨਸੀਬੋ ਕਿੱਥੇ ਆ, ਭੂਰਾ ਸਿੰਘ ਕਿੱਥੇ ਆ। ਮੈਂ ਆਖਿਆ ਉਹਨਾਂ ਨੂੰ ਤਾਂ ਮਰਿਆ ਨੂੰ ਕਈ ਸਾਲ ਹੋ ਗਏ, ਥੋੜੇ ਚ ਹੀ ਹੋਣੇ ਆ, ਲੱਭ ਲੋ। ਕਹਿੰਦੇ ਕਿੱਥੇ? ਜਦੋਂ ਦਾ ਆ ਬੰਦਾ ਇੱਥੇ ਆ ਕੇ ਬੈਠਾ, ਸਾਡੇ ਤਾਂ ਹਲ ਹਲ ਮੱਚੀ ਪਈ ਆ। ਜਾਂ ਤਾਂ ਇਸ ਬੰਦੇ ਨੂੰ ਇੱਥੋਂ ਠਾ ਦੋ, ਨਹੀਂ ਅਸੀਂ ਤਾਂ ਪਿੰਡ ਚ ਪਰਲੋ ਲਿਆ ਦਾਂਗੇ, ਪਰਲੋ। ਕਮਜ਼ੋਰ ਸਿਆ ਤੇਰੇ ਕਰਕੇ ਪੂਰੇ ਪਿੰਡ ਦੇ ਵਿੱਚ ਹਲ ਹਲ ਮੱਚੀ ਪਈ ਆ, ਹਲ ਹਲ। ਇਹ ਉਹੀ ਪਿੰਡ ਹੈ ਨਾ ਜਿਹਨੇ ਮੈਨੂੰ ਸੜਨ ਲਈ ਮਜਬੂਰ ਕੀਤਾ ਹੋਇਆ। ਟੱਠੇ ਖੂਚ ਪਵੇ ਪਿੰਡਾ। ਉਹ ਤੂੰ ਤਾਂ ਕਹਿੰਦਾ ਯਾਰ ਉਹੀ ਭੂਤਾਂ ਜਦੋਂ ਤੂੰ ਐ ਬੋਲੀ ਜਾਂਦਾ ਜਾ ਕੇ ਸਾਡੇ ਰੁੱਖਾਂ ਤੇ ਚੜ ਜਾਂਦੀਆਂ ਨੇ, ਜਿਹਦੇ ਨਾਲ ਪ੍ਰਦੂਸ਼ਣ ਵੱਧਦਾਗਾ। ਸਾਡੀ ਨੌਕਰੀ ਤਾਂ ਗਈ ਨਾ। ਮੈਂ ਤੇਰੀ ਨੌਕਰੀ ਨੂੰ ਚੱਟਣਾ, ਮੈਨੂੰ ਮੇਰੀ ਜ਼ਮੀਨ ਚਾਹੀਦੀ ਆ। ਤੂੰ ਗੱਲ ਆਪਣੀ ਜ਼ਮੀਨ ਦੀ ਪਈ ਹੈ, ਸਾਡੇ ਚਿੜੀਆਘਰ ਬਾਰੇ ਕੌਣ ਸੋਚੂਗਾ? ਤੇਰੇ ਆਹ ਭੂਤ ਸਾਡੇ ਚਿੜੀਆਘਰ ਚ ਜਾ ਵੜਦੇ ਨੇ, ਪੰਛੀਆਂ ਤੇ ਹਿੱਸਾ ਫੈਲ ਜਾਂਦੀ ਹੈ। ਰਾਸ਼ਟਰਪਤੀ ਰਾਜ ਤਾਂ ਲਾਗੂ ਹੋਊਗਾ ਨਾ ਫਿਰ। ਉਹ ਜਵਾਬ ਦੇ ਨਾ। ਬਲਟੋਚਰ ਦੇਖਿਆ, ਬਲਟੋਚਰ ਸਾਲੇ ਨੂੰ ਪਾ ਕੇ ਨਾ ਕੋਨੇ ਜੇ ਤੇ ਬੜਾ ਮਾਰਾਂਗਾ। ਸਾਡੋ ਸੈਨੂੰ ਜਾਣਦਾ ਨਾ, ਹਿੱਕਦਾ ਧਰ ਕੇ ਗੋਲੀ ਮਾਰੀ ਸੀ, ਹਿੱਕਦਾ ਹੈ ਸਰਕਾਰ ਦੀ ਗੋਲੀ ਜਿੰਨਾ ਦਮਦਾ ਤੇਰੇ ਬੁੰਦੇ ਰਗ ਬੁੰਦੇ। ਨਾ ਮਿੱਠੇ ਨਾ, ਮੇਰੇ ਪਿੰਡ ਦਾ ਬੰਦਾ ਮੈਂ ਆਪੇ ਸਮਝਾ ਦੂੰ, ਤੁਸੀਂ ਬੱਚੀਆਂ ਨਾ। ਦੇਖ ਕਮਜ਼ੋਰ ਸਿਆ, ਤੇਰਾ ਦਾਦਾ ਤੇ ਮੇਰਾ ਬਾਪੂ ਦੋਵੇਂ ਪੱਕ ਭਰਾ ਸੀ। ਮੈਂ ਨਹੀਂ ਚਾਹੁੰਦਾ ਉਹਨਾਂ ਦੀ ਯਾਰੀ ਨੂੰ ਕੋਈ ਲੀਕ ਵੀ ਲੱਗੇ, ਤੇ ਮੈਂ ਵੀ ਨਹੀਂ ਚਾਹੁੰਦਾ ਵੀ ਤੇਥੋਂ ਬਾਅਦ ਤੇਰੇ ਨਿਆਣੇ ਸੜਕਾਂ ਤੇ ਭੁੱਖੇ ਬਿਰਕਦੇ ਫਿਰਨ। ਆਖਰ ਮੇਰੇ ਵੀ ਤਾਂ ਕੁਝ ਲੱਗਦੇ ਆ ਨਾ। ਚਲੋ ਓਏ, ਹੋ ਗਿਆ ਫੈਸਲਾ। ਗਮਦੋਰ ਸਿੰਘ, ਜ਼ਮੀਨ ਤਾਂ ਭਾਈ ਉਹਨਾਂ ਨੇ ਦਾਦੀ ਲਈ ਹੈ, ਪਰ ਜੇ ਤੂੰ ਕੱਲ ਨੂੰ ਕਹੇ ਤਾਂ ਮੈਂ ਵਿੱਚ ਨਹੀਂ ਆਉਣਾ। ਹਾਂ, ਬਾਕੀ ਤੇਰੀ ਮਰਜ਼ੀ ਹੈ। ਹਾਂ ਸੱਚ, ਤਰੀਕ ਤਾਂ ਯਾਦ ਹੋਣੀ ਤੈਨੂੰ। 30 ਤਰੀਕ ਤੱਕ ਘਰ ਵੀ ਖਾਲੀ ਕਰਦੀ ਗਮਦੂਰ ਸਿਆ। ਬਹੁਤ ਹੋਗੀ ਤੇਰੀ ਤਰਫਦਾਰੀ। ਮੈਂ ਨਾ ਪਿਛਲੇ ਕਈ ਸਾਲਾਂ ਤੋਂ ਅਸੀਂ ਆਪਣੇ ਪੁਰਖਿਆਂ ਦੀ ਯਾਦ 'ਚ ਆਪਣੇ ਖੇਤ 'ਚ ਇੱਕ ਦੀਵਾ ਬਾਲਦੇ ਹਾਂ। ਮੇਰੇ ਪੜਦਾਦੇ ਨੇ ਆਪਣੇ ਪੁਰਖਿਆਂ ਦੀ ਯਾਦ 'ਚ ਉਹ ਦੀਵਾ ਬਾਲਿਆ ਸੀ। ਮੇਰੇ ਦਾਦੇ ਨੇ ਉਹ ਦੀਵਾ ਬਾਲਿਆ ਸੀ। ਮੇਰੇ ਬਾਪ ਨੇ ਦੀਵਾ ਬਾਲਿਆ ਸੀ, ਤੇ ਮੈਂ ਉਹ ਦੀਵਾ ਬੁਝਣ ਨਹੀਂ ਦੇਣਾ। ਚੇਅਰਮੈਨ, ਕੀ ਕਹਾ ਤੂੰ? ਕਹਿਤਾ ਤੇਰੀ ਇੰਨੀ ਹਿੰਮਤ, ਚੱਕ ਲਓ ਮੇਰੇ ਸਾਲੇ ਬੜੇ ਮਜ਼ਾ ਓਏ, ਆਪਣੇ 100 ਕਿੱਲੇ ਬਚਾ ਗਏ ਓਏ। ਓਏ ਸਾਡੇ 4 ਕਿੱਲੇ ਖਾ ਗਏ। ਓਏ ਕਦ ਤੱਕ ਕਿਦੜਾਂਗੇ ਤਾਂ ਤੋਂ ਡਰਦੇ ਕੋਲ ਬੈਠ। ਸਾਨੂੰ ਕਿਉਂ ਮਤ ਕਰਿਆ? ਮਾਰ ਦੋ ਤੇਰੇ ਮੈਨੂੰ, ਮਾਰ ਥਾਣੀ ਹੈਗਾ, ਮਾਰ ਤਾਂ ਚਾਹੇ ਮਾਰ ਦੋ ਮੈਨੂੰ। ਚੁੱਪ ਕਰੋ।
ਤੁਹਾਡੇ ਚੋਂ ਗਮਦੂਰ ਸਿੰਘ ਕੌਣ ਆ? ਓਏ ਸੁਣਿਆ ਨਹੀਂ? ਦੱਸੋ ਕੌਣ ਆ ਗਮਦੂਰ ਸਿੰਘ? ਮੈਂ ਆ ਗੰਦੂਰ ਸਿੰਘ। ਮੈਂ ਆ ਗਮਦੂਰ ਸਿੰਘ। ਮੈਂ ਆ ਗਮਦੂਰ ਸਿੰਘ। ਮੈਂ ਆ ਗਮਦੂਰ ਸਿੰਘ। ਮੈਂ ਆ ਗਮਦੂਰ ਸਿੰਘ। ਅਸੀਂ ਸਾਰੇ ਆ ਗਮਦੂਰ ਸਿੰਘ। ਓਏ ਜਾਗ ਪਈ ਆਵਾਮ ਤੇਰੀ ਤਖਤ ਤਖਤਾ ਬਣ ਜਾਣਾ, ਤਖਤ ਤਖਤਾ ਬਣ ਜਾਣਾ। ਆ ਗਿਆ ਏ ਕਾਲ ਤੇਰਾ ਕਬਰ ਰਸਤਾ ਬਣ ਜਾਣਾ, ਕਬਰ ਰਸਤਾ ਬਣ ਜਾਣਾ। ਕਾਲੀ ਰਾਤ ਜ਼ੁਲਮ ਦੀ ਹੁਣ ਬਹੁਤੀ ਦੇਰ ਨਹੀਂ, ਬਹੁਤੀ ਦੇਰ ਨਹੀਂ। ਆ ਗਿਆ ਏ ਕਾਲ ਤੇਰਾ ਸੱਚ ਦਾ ਸਵਖਤਾ ਬਣ ਜਾਣਾ, ਸੱਚ ਦਾ ਸਵਖਤਾ ਬਣ ਜਾਣਾ, ਸੱਚ ਦਾ ਸਵਖਤਾ ਬਣ ਜਾਣਾ। ਸੋ ਇਹ ਸੀ ਸਾਡਾ ਨਾਟਕ ਅਸੀਂ ਅਨੁਦਾਤਾ ਹੋਣਾ।